ਵਾਹਿਗੁਰੂ ਸਾਹਿਬ ਜੀ। ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰਿਤਾ ਤੇਰੀ ਸ਼ਰਨ ਮੇਰੇ ਦੀਨ ਦਿਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ। ਰਾਖੋ ਸਰਮ ਅਸਾੜੀ ਜੀਓ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਫਲ ਗੁਣ ਮਨ ਰਹਿਸੀ, ਪ੍ਰੇਮ ਸੁਭਾਇਆ। ਅਨਦਿਨ ਰਹਿਸ ਭਇਆ, ਆਪ ਗਵਾਇਆ। ਫਲ ਗੁਣ ਮਨ ਰਹਿਸੀ, ਪ੍ਰੇਮ ਸੁਭਾਇਆ। ਅਨਦਿਨ ਰਹਿਸ ਭਇਆ, ਆਪ ਗਵਾਇਆ। ਮਨ ਮੋਹ ਚੁਕਾਇਆ, ਜਾਂ ਤਿਸ ਪਾਇਆ। ਕਰ ਕਿਰਪਾ ਕਰ ਆਓ। ਬਹੁਤੇ ਵੇਸ ਕਰੀ ਫਿਰ ਵਾਜੋਂ, ਮਹਿਲੀ ਲਹਾ ਨਾ ਥਾਉ। ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸਿੰਗਾਰੀ। ਨਾਨਕ ਮੇਲ ਲਈ ਗੁਰ ਆਪਣੇ, ਘਰ ਵਰ ਪਾਇਆ ਨਾਰੀ। ਬੇਦਸ ਮਹਾਰੁਤੀ ਥਿਤੀ ਵਾਰ ਭਲੇ, ਘੜੀ ਮਹੂਰਤ ਪਲ ਸਾਚੇ ਆਏ ਸਹਿਜ ਮਿਲੇ। ਪ੍ਰਭ ਮਿਲੇ ਪਿਆਰੇ, ਕਾਰਜ ਸਾਰੇ। ਕਰਤਾ ਸਭ ਵਿਦ ਜਾਣੈ, ਜਿਸ ਸਿੰਗਾਰੀ ਤਿਸੈ ਪਿਆਰੀ। ਮੇਲ ਭਇਆ ਰੰਗ ਮਾਣੈ, ਕਰ ਸੇਜ ਸੁਹਾਵੀ। ਜਾਂ ਫਿਰ ਰਾਵੀ, ਗੁਰਮੁਖ ਮਸਤਕ ਭਾਗੋ। ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਕਰ ਸੇਜ ਸੁਹਾਵੀ, ਜਾਂ ਫਿਰ ਰਾਵੀ। ਗੁਰਮੁਖ ਮਸਤਕ ਭਾਗੋ। ਨਾਨਕ ਅਹਨਿਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸੰਧਿਆ ਵੇਲੇ ਗੁਰੂ ਦਰ ਤੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਫੱਗਣ ਮਹੀਨੇ ਦੀ ਅਰੰਭਤਾ ਹੋਈ ਹੈ ਅਤੇ ਮਾਘ ਦਾ ਮਹੀਨਾ ਗੁਰੂ ਮਹਾਰਾਜ ਜੀ ਦੀ ਰਜ਼ਾ ਵਿੱਚ ਬਤੀਤ ਹੋਇਆ। ਆਓ ਗੁਰਦੇਵ ਪਿਤਾ ਨੇ ਜੋ ਉਪਦੇਸ਼ ਫੱਗਣ ਮਹੀਨੇ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਬਚਨ ਜੋ ਆਪ ਜੀ ਨੇ ਹੁਣੇ ਮੰਗਲਾਚਰਨ ਰੂਪ ਦੇ ਵਿੱਚ ਪਾਠ ਸਰਵਣ ਕੀਤਾ ਹੈ, ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ 12 ਮਾਹਾਂ ਤੁਖਾਰੀ ਦੇ ਵਿੱਚ ਦਰਜ ਹਨ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸੰਗਤਾਂ ਦੇ ਨਾਲ 12 ਮਾਹ ਮਾਝ ਰਾਗ ਦਾ ਜੋ ਸ਼ਬਦ ਸੀ ਉਹ ਸਰਵਣ ਕਰਾਇਆ ਸੰਗਤਾਂ ਨੂੰ। ਉਸ ਦੀ ਵਿਚਾਰ ਹੋਈ ਸੀ, ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਇਸ ਵੇਲੇ ਇਹ ਸ਼ਬਦ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ, ਆਓ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਪ੍ਰਥਾਏ ਕੀ ਉਪਦੇਸ਼ ਹੈ। 12 ਮਾਹਾਂ ਜੋ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਸਾਨੂੰ ਦਿੱਤੀ, ਸੋ ਸਾਰੀਆਂ ਸੰਗਤਾਂ ਨੇ ਮਨੋਬਿਰਤੀਆਂ ਇਕਾਗਰ ਕਰਨੀਆਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਦੀ ਸਾਨ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ, ਜਿਸ ਦੇ ਰਾਹੀਂ ਸਤਿਗੁਰ ਨੇ ਕਿਰਪਾ ਕੀਤੀ ਹੈ, ਸਾਨੂੰ ਇਸ ਮਨੁੱਖੀ ਜੀਵਨ ਨੂੰ ਸਫਲਾ ਕਰਨ ਦਾ ਇੱਕ ਤਰੀਕਾ ਤੇ ਜੁਗਤ ਦੱਸੀ ਹੈ। ਅਸਲ ਦੇ ਵਿੱਚ ਮਨੁੱਖੀ ਜੀਵਨ ਦੀ ਜੋ ਕਹਾਣੀ ਹੈ, ਇਸ ਨੂੰ ਸਤਿਗੁਰ ਕਹਿੰਦੇ ਨੇ ਇੱਕ ਲੰਬੀ ਯਾਤਰਾ ਹੈ। ਔਰ 84 ਲੱਖ ਜੂਨਾਂ ਦੇ ਵਿੱਚੋਂ ਇੱਕੋ ਹੀ ਮਨੁੱਖਾ ਜੂਨ ਹੈ, ਜਿਸ ਦੇ ਰਾਹੀਂ ਅਸੀਂ ਇਸ ਬੰਧਨਾਂ ਤੋਂ ਮੁਕਤ ਹੋ ਸਕਦੇ ਹਾਂ, ਜੋ 84 ਲੱਖ ਜੂਨਾਂ ਦਾ ਬੰਧਨ ਹੈ। ਪਰ ਇੱਥੇ ਵੀ ਅਸੀਂ ਮੁਕਤ ਨਹੀਂ ਹੋ ਪਾਉਂਦੇ। ਉਸ ਦਾ ਕਾਰਨ ਸਤਿਗੁਰ ਦੱਸਦੇ ਨੇ ਵੀ ਸਾਡੇ ਕੀਤੇ ਹੋਏ ਜਿਹੜੇ ਕਰਮ ਨੇ ਉਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨਾਲੋਂ ਵਿਛੋੜਦੇ ਰਹਿੰਦੇ ਨੇ, ਪਰਮੇਸ਼ਰ ਨਾਲੋਂ ਦੂਰ ਕਰਦੇ ਰਹਿੰਦੇ ਹਨ, ਤੇ ਅਸੀਂ ਹੌਲੀ ਹੌਲੀ ਆਪਣੇ ਅਸਲੇ ਨਾਲੋਂ ਵਿਛੜ ਜਾਂਦੇ ਹਾਂ। ਜਦੋਂ ਗੁਰੂ ਕੋਲ ਆਉਂਦੇ ਹਾਂ, ਉਸ ਵੇਲੇ ਸਾਨੂੰ ਇੱਕ ਅਹਿਸਾਸ ਹੁੰਦਾ ਹੈ ਕਿ ਸੱਚਿਓਂ ਅਸੀਂ ਉਸ ਪਰਮ ਸੱਤਾ ਨਾਲੋਂ ਵਿਛੜੇ ਹੋਏ ਹਾਂ। ਅਕਾਲ ਪੁਰਖ ਵਾਹਿਗੁਰੂ ਨਾਲੋਂ ਸਾਡਾ ਮਿਲਾਪ ਜਿਹੜਾ ਹੈ ਉਹ ਟੁੱਟ ਗਿਆ ਹੈ, ਸਾਡੀ ਸੁਰਤ ਟੁੱਟ ਗਈ ਹੈ। ਉਸ ਵੇਲੇ ਜਦੋਂ ਸਾਨੂੰ ਸਮਝ ਆਉਂਦੀ ਹੈ, ਫਿਰ ਸਾਡੇ ਅੰਦਰ ਅਗਲਾ ਕਰਮ ਹੁੰਦਾ ਹੈ, ਗੁਰੂ ਨੂੰ ਆਖ ਕੇ ਵੀ ਸਤਿਗੁਰੂ ਆਪ ਤੁਸੀਂ ਕਿਰਪਾ ਕਰੋ, ਮੇਰਾ ਮਿਲਾਪ ਕਰਾਓ। ਪਹਿਲੀ ਗੱਲ ਤਾਂ ਆਪਾਂ ਗੁਰੂ ਕੋਲ ਆ ਕੇ ਇਹ ਸਿੱਖਣੀ ਹੈ ਜਾਂ ਇਹ ਅਹਿਸਾਸ ਕਰਨਾ ਜੀਵਨ 'ਚ ਕਿ ਅਸੀਂ ਰੱਬ ਨਾਲੋਂ ਟੁੱਟੇ ਹੋਏ ਹਾਂ। ਕਈ ਵਾਰੀ ਅਹਿਸਾਸ ਵੀ ਨਹੀਂ ਹੋਏਗਾ, ਮੈਂ ਬੇਨਤੀ ਕਰਾਂ, ਕਿਉਂਕਿ ਮਾਇਆ ਦਾ ਪ੍ਰਭਾਵ ਮਨੁੱਖ ਨੂੰ ਉਸ ਰੰਗ ਦੇ ਵਿੱਚ ਰੰਗ ਕੇ ਰੱਖਦਾ ਹੈ। ਇਸ ਕਰਕੇ ਕਈ ਵਾਰੀ ਮਨੁੱਖ ਅਹਿਸਾਸ ਵੀ ਨਹੀਂ ਕਰ ਪਾਉਂਦਾ ਕਿ ਮੈਂ ਵਾਕਈ ਰੱਬ ਨਾਲੋਂ ਵਿਛੜਿਆ ਹੋਇਆ, ਮਾਲਕ ਪ੍ਰਭੂ ਨਾਲੋਂ ਟੁੱਟਿਆ ਹੋਇਆ। ਕਿਉਂਕਿ ਅਸਲ ਦੇ ਵਿੱਚ ਇਸ ਗੱਲ ਤੋਂ ਸੁਆਣ ਦੇ ਵਿੱਚ ਕਿ ਕਿਤੇ ਮਨੁੱਖ ਜਾਗੇ, ਇਹਨੂੰ ਸੁਰਤ ਆਵੇ, ਤੇ ਇਹ ਮਾਇਆ ਆਪਣਾ ਕੰਮ ਕਰਦਾ ਰਹਿੰਦੀ ਹੈ। ਜਿਵੇਂ ਕਿ ਕਈ ਵਾਰੀ ਦੇਖਦੇ ਹੋ ਬੱਚਿਆਂ ਨੂੰ ਖਿਡਾਉਣ ਵਾਸਤੇ ਖਿਡਾਵੇ ਤੇ ਖਿਡਾਵੀ ਹੁੰਦੇ ਨੇ, ਤੇ ਉਹ ਕਈ ਵਾਰੀ ਥਪਕ ਕੇ ਬੱਚੇ ਨੂੰ ਸਵਾ ਦਿੰਦੇ ਨੇ, ਉਹ ਬੱਚਾ ਜਾਗਣਾ ਚਾਹੁੰਦਾ ਹੈ।
ਇਸ ਤਰ੍ਹਾਂ ਹੀ ਕਈ ਵਾਰੀ ਸਾਡੀ ਸੁਰਤ ਜਾਗਣਾ ਚਾਹੁੰਦੀ ਹੈ, ਪਰ ਇਹ ਮਾਇਆ ਸਾਨੂੰ ਫਿਰ ਸਵਾ ਦਿੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ, ਜਿਹਦਾ ਅੱਜ ਹੁਣ ਪਾਠ ਸਰਵਣ ਕੀਤਾ ਆਪਾਂ, ਇਸ ਵਿੱਚ ਸਾਰਾ ਇਹੀ ਨਕਸ਼ਾ ਮੇਰੇ ਸਤਿਗੁਰ ਨੇ ਖਿੱਚਿਆ ਔਰ ਸਾਨੂੰ ਇਹ ਅਹਿਸਾਸ ਕਰਾਇਆ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲੋਂ ਕੀਤੇ ਹੋਏ ਕਰਮਾਂ ਕਰਕੇ ਵਿਛੜ ਗਏ ਹਾਂ, ਤੇ ਹੁਣ ਗੁਰੂ ਦੇ ਚਰਨਾਂ ਵਿੱਚ ਬੈਠ ਕੇ, ਗੁਰੂ ਕੋਲ ਸਿੱਖ ਕੇ ਅਸੀਂ ਐਸੇ ਕਰਮ ਕਰੀਏ ਜਿਸ ਦੇ ਨਾਲ ਸਾਡੀ ਪਰਮੇਸ਼ਰ ਦੇ ਨਾਲ ਟੁੱਟੀ ਹੋਈ ਜਿਹੜੀ ਲਿਵ ਹੈ ਉਹ ਜੁੜ ਜਾਏ। ਇਸ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਇੱਦਾਂ ਲਿਖਿਆ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰਿਆ। ਸਾਧੂ ਕਹਿੰਦੇ ਨੇ, ਹੇ ਦੇਹੀ, ਪਰਮਾਤਮਾ ਦੇ ਨਾਲੋਂ ਜੇ ਤੇਰੀ ਲਿਵ ਟੁੱਟ ਗਈ ਤੇ ਲਿਵ ਤੋਂ ਬਿਨਾਂ ਇਹ ਜਿਹੜੀ ਦੇਹ ਹੈ ਇਹ ਨਿਮਾਣੀ ਹੈ, ਨਿਤਾਣੀ ਹੈ। ਇਹੀ ਗੱਲ ਸਮਝਣੀ ਆਪਾਂ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰਿਆ। ਨਿਮਾਣੀ ਦੇਹੀ, ਮਾੜੀ ਦੇਹੀ, ਉਹ ਕੀ ਕਰ ਸਕਦੀ ਹੈ? ਜਿੱਥੇ ਅਸੀਂ ਸਰੀਰ ਕਰਕੇ ਹਸ਼ਟ ਪੁਸ਼ਟ ਹੋਣਾ ਹੈ, ਉੱਥੇ ਅਸੀਂ ਆਪਣੀ ਆਤਮਾ ਕਰਕੇ, ਆਪਣੇ ਕਰਮਾਂ ਕਰਕੇ ਤਕੜੇ ਹੋਣਾ, ਆਪਣੇ ਆਪ ਨੂੰ ਬਲਵਾਨ ਕਰਨਾ ਹੈ। ਔਰ ਇਹ ਹੋਇਆ ਜਾ ਸਕਦਾ ਜਦੋਂ ਸਾਡਾ ਕਨੈਕਸ਼ਨ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇਗਾ, ਪਰਮੇਸ਼ਰ ਨਾਲ ਸਾਡੀ ਸਾਂਝ ਬਣੇਗੀ। ਫਿਰ ਕਿਤੇ ਜਾ ਕੇ ਨਾ ਜੀਵਨ ਦੇ ਵਿੱਚ ਉਹ ਗੱਲ ਬਣੇਗੀ ਜਿਹੜੀ ਗੱਲ ਅਸੀਂ ਬਣਾਉਣ ਵਾਸਤੇ ਮਨੁੱਖਾ ਜੀਵਨ ਲੈ ਕੇ ਆਏ ਹਾਂ। ਕਿਉਂਕਿ ਇਹੀ ਕੋ ਜੀਵਨ ਹੈ ਸਾਡੇ ਕੋਲ ਪਿਆਰ ਵਾਲਿਓ, ਜਿਸ ਜੀਵਨ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਇਹ ਰੱਬ ਨੂੰ ਮਿਲਣ ਦੀ ਵਾਰੀ ਹੈ। ਇਹੀ ਤੇਰੀ ਔਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਵੇਖ। ਔਰ ਗੁਰਬਾਣੀ ਬਾਰ-ਬਾਰ ਇਹ ਗੱਲ ਕਹਿੰਦੀ ਹੈ ਹਰ ਇੱਕ ਪ੍ਰਾਣੀ ਨੂੰ ਕਿ ਤੂੰ ਵਿਚਾਰ ਕਰਕੇ ਵੇਖ। ਕਿਉਂਕਿ ਜਦੋਂ ਤੱਕ ਅੰਦਰ ਵਿਚਾਰਾਂਗੇ ਨਹੀਂ, ਆਪਣੇ ਨਾਲ ਬੈਠਾਂਗੇ ਨਹੀਂ, ਤੇ ਆਪਣੇ ਆਪ ਦੇ ਨਾਲ ਕੀ ਵਿਚਾਰਾਂ ਕਰਾਂਗੇ। ਅੱਜ ਅਸੀਂ ਆਪਣੇ ਨਾਲ ਨਹੀਂ ਬਹਿੰਦੇ, ਆਪਾਂ ਟੀਵੀ ਨਾਲ ਬਹਿੰਦੇ ਹਾਂ, ਪਰਿਵਾਰ ਦੇ ਨਾਲ ਬਹਿ ਜਾਂਦੇ ਹਾਂ, ਆਪਾਂ ਸੰਸਾਰ ਦੀ ਵਿਦਿਆ ਦੇ ਨਾਲ ਬਹਿ ਜਾਂਦੇ ਹਾਂ, ਹੋਰ ਚੀਜ਼ਾਂ ਨਾਲ ਬਹਿ ਜਾਂਦੇ ਹਾਂ। ਪਰ ਜਦੋਂ ਆਪਣੇ ਨਾਲ ਬੈਠਣ ਦਾ ਕਿਤੇ ਮੌਕਾ ਮਿਲਦਾ ਹੈ ਤੇ ਮਨੁੱਖ ਨੂੰ ਉੱਥੋਂ ਅੰਦਰੋਂ ਇੱਕ ਫੀਲਿੰਗ ਆਉਂਦੀ ਵੀ ਉੱਠ ਕੇ ਚੱਲੀਏ। ਕਿਉਂਕਿ ਆਪਣੇ ਨਾਲ ਜੁੜਨਾ ਸਭ ਤੋਂ ਔਖਾ ਹੈ। ਸਰੀਰ ਦਾ ਦੂਜੇ ਸਰੀਰ ਨਾਲ ਜੁੜਨਾ ਸੌਖਾ ਹੈ, ਪਰ ਸਰੀਰ ਦਾ ਆਪਣੀ ਆਤਮਾ ਦੇ ਨਾਲ, ਆਪਣੇ ਖਿਆਲਾਂ ਦੇ ਨਾਲ, ਆਪਣੇ ਜੀਵਨ ਦੇ ਨਾਲ ਜੁੜਨਾ ਔਖਾ ਹੈ। ਕਿਉਂਕਿ ਮੈਂ ਕੀ ਹਾਂ, ਜੇ ਆਪਣੇ ਨਾਲ ਜੁੜਨਾ ਤੇ ਮੈਨੂੰ ਪਤਾ ਚੱਲਦਾ ਹੈ ਮੈਂ ਕੀ ਹਾਂ, ਮੇਰੇ ਕਿਹੜੇ ਔਗੁਣ ਨੇ, ਕਿਹੜੀਆਂ ਬੁਰਾਈਆਂ ਨੇ। ਜਦੋਂ ਮੈਂ ਆਪਣੇ ਨਾਲ ਜੁੜਦਾ ਤੇ ਉਹ ਬੁਰਾਈਆਂ ਮੈਨੂੰ ਪਰੇਸ਼ਾਨ ਕਰਦੀਆਂ ਵੀ ਤੂੰ ਐਡੇ ਮਾੜੇ ਕਰਮ ਕਰਦਾ। ਇਸ ਨੂੰ ਹੀ ਸਤਿਗੁਰੂ ਜੀ ਨੇ, ਫਰੀਦ ਸਾਹਿਬ ਨੇ ਕਿਹਾ ਕਿ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕੰਬੜੇ ਵਿਸਾਰ, ਮਤ ਸਰਬੰਦਾ ਥੀਵੇਂ ਸਾਈਂ ਦਾ ਦਰਬਾਰ। ਕੀ ਅਰਥ ਹੋਇਆ ਇਸਦਾ? ਇਸਦਾ ਅਰਥ ਹੈ ਕਿ ਆਪਣੇ ਨਾਲ ਜੁੜ ਕੇ ਵੇਖ। ਜਿਨ੍ਹਾਂ ਕੰਮਾਂ ਵਿੱਚ ਕੋਈ ਲਾਭ ਨਹੀਂ ਉਹਨਾਂ ਨੂੰ ਛੱਡ ਦੇ। ਜੇ ਤੂੰ ਸਿਆਣਾ ਹੈ ਤੇ ਕਾਲੇ ਲੇਖ ਨਾ ਲਿਖ। ਇਸਦਾ ਅਰਥ ਹੈ ਕਿ ਅਸੀਂ ਲੋਕ, ਬਾਬਾ ਫਰੀਦ ਜੀ ਕਹਿੰਦੇ ਵੀ ਕਾਲੇ ਲੇਖ ਹੀ ਲਿਖੀ ਜਾਂਦੇ ਆ ਔਰ ਉਸ ਨੂੰ ਲਿਖਣ ਦੇ ਵਿੱਚ ਹੀ ਮਸਤ ਹੋਏ ਪਏ ਆ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ ਸਾਡੇ ਉੱਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਬੱਚਾ ਸੁੱਤਾ ਹੋਵੇ ਨਾ ਤੇ ਸਿਆਣੀ ਮਾਂ ਪਾਣੀ ਦਾ ਸਿੱਟਾ ਮਾਰ ਦਿੰਦੀ ਹੈ ਮੂੰਹ ਤੇ। ਖਾਸ ਕਰਕੇ ਪਹਿਲਾਂ ਮੈਂ ਦੇਖਿਆ, ਹੁਣ ਤੇ ਇਸ ਤਰ੍ਹਾਂ ਦਾ ਚੱਕਰ ਨਹੀਂ ਰਿਹਾ, ਪਰ ਜਦੋਂ ਅਸੀਂ ਛੋਟੇ ਹੁੰਦੇ ਸਾਂ ਤੇ ਨੀਂਦ ਆ ਰਹੀ ਹੁੰਦੀ ਸੀ ਤੇ ਮਾਂ ਪਾਣੀ ਲੈ ਕੇ ਨਾ ਮੂੰਹ ਤੇ ਮਾਰ ਦਿੰਦੀ ਹੁੰਦੀ, ਛਿੱਟਾ ਮਾਰਦੀ ਸੀ ਕਿ ਬੱਚੇ ਦੀ ਨੀਂਦ ਖੁੱਲ ਜਾਏ, ਕਿਉਂਕਿ ਇਸਨੇ ਪੜ੍ਹਨਾ ਹੈ, ਇਸਨੇ ਪੇਪਰ ਦੇਣੇ ਨੇ। ਇਸ ਤਰ੍ਹਾਂ ਹੀ ਗੁਰੂ ਵੀ ਆਪਣੀ ਅੰਮ੍ਰਿਤ ਜਲ ਰੂਪੀ ਬਾਣੀ ਦੇ ਰਾਹੀਂ ਛਿੱਟਾ ਮਾਰਦੇ ਨੇ ਸਾਡੀ ਆਤਮਾ ਨੂੰ, ਸਾਡੇ ਮਨ ਨੂੰ ਜਗਾਉਂਦੇ ਆ, ਕਿਉਂਕਿ ਅਸੀਂ ਘੋਰ ਸੁੱਤੇ ਪਏ ਹਾਂ। ਅੱਜ ਗੁਰੂ ਸਾਹਿਬ ਜੀ ਨੇ ਫੱਗਣ ਦੇ ਮਹੀਨੇ ਰਾਹੀਂ ਇਹੀ ਵਿਚਾਰਧਾਰਾ ਸਾਡੇ ਸਾਹਮਣੇ ਰੱਖੀ। ਕਹਿਣ ਲੱਗੇ, ਮਹਾਰਾਜ ਫਲ ਗੁਣ ਮਨ ਰਹਿਸੀ, ਪ੍ਰੇਮ ਸੁਭਾਇਆ। ਫਲਗੁਣ ਦਾ ਅਰਥ ਹੈ ਫੱਗੁਣ ਦੇ ਮਹੀਨੇ ਰਾਹੀਂ, ਕਿਉਂਕਿ ਸਿਆਲ ਦੀ ਰੁੱਤ ਦੀ ਕੜੀ ਸਰਦੀ ਪੈਂਦੀ ਹੈ, ਠੰਡ ਪੈਂਦੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਾਹਰ ਫਿਰਨ ਦੇ ਦਿਨ ਆ ਜਾਂਦੇ ਨੇ। ਜਿਹੜੇ ਲੋਕ ਸਰਦੀਆਂ ਕਰਕੇ ਘਰਾਂ ਵਿੱਚ ਬੈਠੇ ਹੋਏ ਸਨ ਉਹ ਆਮ ਘੁੰਮਦੇ ਫਿਰਦੇ ਨੇ।
ਫੱਗਣ ਦੇ ਮਹੀਨੇ ਵਿੱਚ ਘੁੰਮਦੇ ਫਿਰਦੇ ਨਹੀਂ, ਸਗੋਂ ਲੋਕ ਹੋਲੀਆਂ ਦੇ ਰੰਗ ਦੇ ਵਿੱਚ ਵੀ ਆਪਣੇ ਆਪ ਨੂੰ ਰੰਗ ਲੈਂਦੇ ਨੇ, ਉਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਗਲਤਾਨ ਕਰ ਲੈਂਦੇ ਨੇ। ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਸੰਸਾਰ ਦੇ ਰੰਗ ਦੇ ਵਿੱਚ ਰੰਗ ਕੇ ਤਾਂ ਹੋਰ ਆਪਣੇ ਆਪ ਦੀ ਆਤਮਾ ਨੂੰ ਸਵਾਰਿਆ ਹੈ, ਤੇਰਾ ਤਾਂ ਹੋਰ ਵਿਛੋੜਾ ਹੁੰਦਾ ਜਾ ਰਿਹਾ ਹੈ, ਕਿਉਂਕਿ ਤੇਰੀ ਆਤਮਾ ਹੋਰ ਘੋਰ ਨੀਂਦ ਦੇ ਵਿੱਚ, ਅਗਿਆਨਤਾ ਦੇ ਵਿੱਚ ਹੋਰ ਡੂੰਘੀ ਕਰਕੇ ਸੁੱਤੀ ਪਈ ਹੈ। ਕਿਉਂਕਿ ਇਸ ਨੂੰ ਜਗਾਉਣ ਦਾ ਇੱਕੋ ਹੀ ਤਰੀਕਾ ਹੈ, ਉਸ ਪਰਮਾਤਮਾ ਦਾ ਪ੍ਰੇਮ ਦਾ ਰੰਗ। ਇਸ ਕਰਕੇ ਮਾਰ ਕਹਿੰਦੇ ਫਲਗੁਣ ਮਨ ਰੈਸੀ ਪ੍ਰੇਮ ਸੁਹਾਇਆ। ਜਦੋਂ ਅੰਦਰ ਪ੍ਰੇਮ ਪੈਦਾ ਹੋਇਆ, ਪਰਮਾਤਮਾ ਦਾ ਪ੍ਰੇਮ ਸੁਭਾਇਆ ਦਾ ਅਰਥ ਹੁੰਦਾ ਚੰਗਾ ਲੱਗਾ। ਜਦੋਂ ਸਾਨੂੰ ਵਾਹਿਗੁਰੂ ਜੀ ਦਾ ਪ੍ਰੇਮ ਚੰਗਾ ਲੱਗੇਗਾ ਤੇ ਮਨ ਰਹਿਸੀ, ਤੇ ਮਨ ਵਿੱਚ ਖੁਸ਼ੀ ਜਿਹੜੀ ਹੈ ਉਹ ਹੋਵੇਗੀ, ਅੰਦਰ ਮਨ ਪ੍ਰਸੰਨ ਹੋਏਗਾ। ਜੇ ਪਰਮਾਤਮਾ ਦਾ ਪਿਆਰ ਚੰਗਾ ਲੱਗਾ, ਹੁਣ ਤੁਸੀਂ ਕਹੋਗੇ ਵੀ ਰੱਬ ਦਾ ਪਿਆਰ ਚੰਗਾ ਲੱਗੇ, ਇਸ ਦੀ ਨਿਸ਼ਾਨੀ ਕੀ ਹੈ? ਸਾਨੂੰ ਤੇ ਨਹੀਂ ਪਤਾ ਚੱਲਦਾ ਵੀ ਰੱਬ ਦਾ ਜਦੋਂ ਪਿਆਰ ਚੰਗਾ ਲੱਗਦਾ ਹੈ, ਜਾਂ ਪਰਮਾਤਮਾ ਦੇ ਨਾਲ ਸਾਡਾ ਪਿਆਰ ਪੈਦਾ ਹੁੰਦਾ ਹੈ, ਮਨ ਵਿੱਚ ਪਿਆਰ ਉਪਜਦਾ ਹੈ, ਪ੍ਰੇਮ ਸੁਭਾਇਆ। ਜਦੋਂ ਪ੍ਰੇਮ ਚੰਗਾ ਲੱਗਦਾ ਹੈ ਪਰਮਾਤਮਾ ਦਾ, ਤੇ ਕਹਿੰਦੇ ਇਹ ਮਨ ਵਿੱਚ ਜੀਵ ਇਸਤਰੀ ਖਿੜੀ ਰਹਿੰਦੀ ਹੈ। ਪਰ ਸਾਡੇ ਅੰਦਰ ਤਾਂ ਖੇੜਾ ਵੀ ਨਹੀਂ, ਤੇ ਪ੍ਰੇਮ ਸੁਭਾਇਆ ਕਦੋਂ ਹੁੰਦਾ ਇਹ ਵੀ ਨਹੀਂ ਪਤਾ। ਜਿਤਨੀ ਦਾਸ ਨੂੰ ਅੱਜ ਤੱਕ ਸਮਝ ਆਈ, ਇਤਨੇ ਸਾਲਾਂ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਆਪੇ ਦੇ ਨਾਲ ਬੈਠਦੇ ਹਾਂ। ਕਿਉਂਕਿ ਮੈਂ ਬੇਨਤੀ ਕਰਾਂ, ਬਾਣੀ ਨਾ ਸੁਣਨ ਦੀ ਨਾ ਸੁਣਾਉਣ ਦੀ, ਬਾਣੀ ਹੈ ਆਪਣੇ ਨਾਲ ਬਿਠਾਉਣ ਦੀ। ਵੀ ਆਪਣੇ ਨਾਲ ਕਿਵੇਂ ਬਹਿਣਾ ਤੂੰ, ਇਹ ਸਿਖਾਉਂਦੀ ਸਾਨੂੰ ਬਾਣੀ। ਦੂਜੇ ਨੂੰ ਕਹਿਣਾ ਬੜਾ ਸੌਖਾ ਹੈ ਵੀ ਤੁਸੀਂ ਇੱਦਾਂ ਨਾ ਕਰੋ, ਤੁਸੀਂ ਇੱਦਾਂ ਨਾ ਕਰੋ, ਤੁਸੀਂ ਇਹ ਨਾ ਕਰੋ, ਤੁਸੀਂ ਉਹ ਨਾ ਕਰੋ, ਪਰ ਆਪਣੇ ਆਪ ਨੂੰ ਕਹਿਣਾ ਔਖਾ ਹੈ। ਹੁਣ ਜੋ ਗੱਲ ਸਮਝ ਆਉਂਦੀ ਹੈ, ਸਤਿਗੁਰੂ ਇੱਥੇ ਗੱਲ ਕਰ ਰਹੇ ਨੇ ਕਿ ਮਨ ਵਿੱਚ ਜੀਵ ਇਸਤਰੀ ਦੇ ਪ੍ਰੇਮ ਜਿਹੜਾ ਹੈ ਉਹ ਪੈਦਾ ਹੋ ਗਿਆ, ਪ੍ਰੇਮ ਉਹਨੂੰ ਚੰਗਾ ਲੱਗਣ ਲੱਗ ਪਿਆ। ਤੇ ਮੈਨੂੰ ਜੋ ਸਮਝ ਆਈ, ਜਦੋਂ ਮੇਰੇ ਮਾਲਕ ਦਾ, ਮੇਰੇ ਪ੍ਰਭੂ ਦਾ ਪ੍ਰੇਮ ਮੇਰੇ ਹਿਰਦੇ ਵਿੱਚ ਉਪਜਦਾ ਹੈ, ਪੈਦਾ ਹੁੰਦਾ ਹੈ, ਤਾਂ ਉਸ ਵੇਲੇ ਮੈਨੂੰ ਗੁਰੂ ਦੀ ਬਾਣੀ ਚੰਗੀ ਲੱਗਦੀ ਹੈ। ਇੱਕ ਵਾਰ ਉਚਾਰਨ ਕਰੋ, ਸਤਨਾਮ। ਜਦੋਂ ਮੇਰੇ ਅੰਦਰ ਪ੍ਰੇਮ ਉਪਜਦਾ ਹੈ ਤੇ ਮੈਨੂੰ ਸੰਗਤ ਵਿੱਚ ਬੈਠਣਾ ਚੰਗਾ ਲੱਗਦਾ ਹੈ, ਮੈਨੂੰ ਸੇਵਾ ਕਰਨੀ ਚੰਗੀ ਲੱਗਦੀ ਹੈ, ਮੈਨੂੰ ਦੂਜੇ ਦੀ ਸੇਵਾ ਕਰਕੇ ਖੁਸ਼ੀ ਮਿਲਦੀ ਹੈ। ਇਹਦਾ ਅਰਥ ਹੈ ਕਿ ਮੇਰੇ ਅੰਦਰ ਕੋਈ ਪ੍ਰੇਮ ਦੀ ਉਪਜ ਹੋ ਰਹੀ ਹੈ ਅੰਦਰ। ਇਹਨੂੰ ਬੜੀ ਚੰਗੀ ਤਰ੍ਹਾਂ ਸਮਝ ਲੈਣਾ। ਨਿਸ਼ਾਨੀ ਇਹੀ ਹੈ ਕਿ ਜਦੋਂ ਅੰਦਰ ਪ੍ਰਭੂ ਦਾ ਪ੍ਰੇਮ ਉਪਜੇਗਾ, ਪਰਮਾਤਮਾ ਦਾ ਪ੍ਰੇਮ ਸਾਨੂੰ ਚੰਗਾ ਲੱਗੇਗਾ ਨਾ, ਫਿਰ ਯਾਦ ਰੱਖਣਾ ਵਾਹਿਗੁਰੂ ਦੀ ਬਾਣੀ ਵੀ ਸਾਨੂੰ ਚੰਗੀ ਲੱਗੇਗੀ। ਕਿਉਂਕਿ ਇਹ ਜਿਹੜੀ ਬਾਣੀ ਹੈ ਨਾ, ਗੁਰੂ ਨਾਨਕ ਪਾਤਸ਼ਾਹ ਨੇ ਸਪਸ਼ਟ ਕਹਿ ਦਿੱਤਾ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾਲੋ। ਇਹ ਖਸਮ ਦੀ ਬਾਣੀ ਹੈ। ਪਿਆਰ ਵਾਲਿਓ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰੇਮ ਉਪਜ ਗਿਆ ਹਿਰਦੇ ਵਿੱਚ, ਤੇ ਹੁਣ ਬਾਣੀ ਵੀ ਚੰਗੀ ਲੱਗੇਗੀ, ਬਾਣਾ ਵੀ ਚੰਗਾ ਲੱਗੇਗਾ, ਮੇਰੇ ਮਾਲਕ ਦਾ ਕੀਰਤਨ ਵੀ ਚੰਗਾ ਲੱਗੇਗਾ, ਮੇਰੇ ਮਾਲਕ ਦੀ ਕਥਾ ਵੀ ਚੰਗੀ ਲੱਗੇਗੀ, ਪਾਠ ਕਰਨ ਦੇ ਵਿੱਚ ਮਨ ਲੱਗੇਗਾ। ਔਰ ਜਿੱਥੇ ਤੱਕ ਦਾਸ ਨੇ ਅਨੁਭਵ ਕੀਤਾ, ਜੇ ਪਾਠ ਵਿੱਚ ਮਨ ਲੱਗੇ, ਕਥਾ ਕੀਰਤਨ ਵਿੱਚ ਮਨ ਲੱਗੇ, ਸਮਝ ਲਓ ਕਿ ਕੋਈ ਖੇਡ ਬਣਨੀ ਸ਼ੁਰੂ ਹੋ ਗਈ ਹੈ, ਮੇਰੇ ਮਾਲਕ ਦੀ ਕਿਰਪਾ ਵਰਤ ਗਈ ਹੈ। ਤੇ ਜੇ ਐਸਾ ਨਹੀਂ ਹੋ ਰਿਹਾ ਤੇ ਅਜੇ ਪ੍ਰੇਮ ਨਹੀਂ ਉਪਜਿਆ ਵਾਹਿਗੁਰੂ ਜੀ ਦੇ ਨਾਲ, ਹਿਰਦੇ ਵਿੱਚ ਪ੍ਰੇਮ ਪੈਦਾ ਨਹੀਂ ਹੋਇਆ। ਹੁਣ ਜੇ ਪ੍ਰੇਮ ਹੀ ਪੈਦਾ ਨਹੀਂ ਹੋਇਆ, ਕਥਾ ਵੀ ਕਰ ਰਹੇ ਹਾਂ, ਕੀਰਤਨ ਵੀ ਕਰ ਰਹੇ ਹਾਂ, ਸੇਵਾ ਵੀ ਕਰ ਰਹੇ ਹਾਂ, ਸਾਰੀਆਂ ਚੀਜ਼ਾਂ ਕਰ ਰਹੇ ਹਾਂ, ਪਰ ਮਨ ਵਿੱਚ ਖੇੜਾ ਕੋਈ ਨਹੀਂ। ਔਰ ਗੁਰਬਾਣੀ ਕਹਿੰਦੀ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਵਕਾ ਨਾਸ। ਭਗਤਾਂ ਦੇ ਮਨ ਵਿੱਚ ਤੇ ਖੇੜਾ ਰਹਿੰਦਾ ਹੈ। ਹੁਣ ਇਹ ਵੀ ਸਾਨੂੰ ਫਿਰ ਨਿਰਣਾ ਕਰਨਾ ਪਏਗਾ ਵੀ ਅਸੀਂ ਭਗਤ ਲੋਕਾਂ ਦੀ ਨਜ਼ਰ ਵਿੱਚ ਜਾਂ ਬਣ ਗਏ ਹਾਂ। ਲੋਕ ਤਾਂ ਕਹਿੰਦੇ ਨੇ ਇਹ ਗੁਰੂ ਨਾਨਕ ਦੇ ਸਿੱਖ ਨੇ। ਜਦੋਂ ਆਪਾਂ ਇਸ ਬੂਹੇ ਤੇ ਆਉਂਦੇ ਹਾਂ ਨਾ, ਇਸ ਗੁਰੂ ਨਾਨਕ ਦੀ ਦਹਿਲੀਜ਼ ਨੂੰ ਸਜਦਾ ਕਰਦੇ ਹਾਂ, ਤੇ ਲੋਕ ਗੱਲ ਕਹਿੰਦੇ ਨੇ ਕਿ ਇਹ ਗੁਰੂ ਨਾਨਕ ਦਾ ਸਿੱਖ ਹੈ। ਇਸ ਨੂੰ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਲਿਖਿਆ ਸੀ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹੁਣ ਤੇਰਾ ਭਗਤ ਨਾਮ ਪੈ ਗਿਆ, ਬਣਿਆ ਤੇ ਨਹੀਂ ਮੈਂ। ਬਣਨ ਵਿੱਚ ਔਰ ਲੋਕਾਂ ਦੇ ਕਹਿਣ 'ਚ ਬੜਾ ਫਰਕ ਹੈ।
ਲੋਕ ਕਹਿਣਗੇ ਸਾਨੂੰ ਵੀ ਇਹ ਗੁਰਸਿੱਖ ਨੇ, ਰੱਬ ਦੇ ਪਿਆਰੇ ਨੇ, ਰੋਜ਼ ਸਤਸੰਗਤ ਕਰਦੇ ਨੇ, ਇਹ ਬਾਣੀ ਪੜ੍ਹਦੇ ਨੇ। ਮੈਂ ਬੇਨਤੀ ਕਰਾਂ ਪਰ ਆਪਣੇ ਅੰਦਰ ਝਾਤ ਮਾਰ ਕੇ ਵੇਖੀ ਵੀ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਆਉਣਾ, ਜਦ ਤੇਰੀ ਬਾਣੀ ਪੜ੍ਹਦਾ ਕਿ ਸੱਚੀ ਮੁੱਚੀ ਇਸ ਤਰ੍ਹਾਂ ਦਾ ਜੀਵਨ ਹੈ ਕਿ ਕਰਮ ਨਾ ਜਾਣਨਾ, ਧਰਮ ਨਾ ਜਾਣਾ। ਮੈਂ ਨਾ ਕਰਮ ਜਾਣਦਾ ਹਾਂ ਨਾ ਧਰਮ ਜਾਣਦਾ ਹਾਂ, ਲੋਭੀ ਮਾਇਆ ਧਾਰੀ, ਮੈਂ ਮਾਇਆ ਦਾ ਲੋਭੀ ਹਾਂ। ਇੱਕ ਹੋਰ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਵੀ ਹੇ ਸਤਿਗੁਰੂ ਤੇਰੇ ਨਾਲ ਮੇਰਾ ਕੋਈ ਵਾਸਤਾ ਨਹੀਂ। ਪਤਾ ਕੀ ਕਹਿੰਦੇ ਸਤਿਗੁਰੂ? ਕਹਿੰਦੇ ਆਪਣੇ ਲੋਭ ਕੋ ਕੀਨੋ ਮੀਤ। ਮੈਂ ਤੈਨੂੰ ਜੇ ਮਿੱਤਰ ਬਣਾਇਆ ਨਾ, ਆਪਣੇ ਲੋਭ ਵਾਸਤੇ ਬਣਾਇਆ, ਆਪਣੇ ਲੋਭ ਵਾਸਤੇ ਤੈਨੂੰ ਮਿੱਤਰ ਬਣਾਇਆ। ਤੇਰੇ ਨਾਲ ਮੇਰੇ ਸਤਿਗੁਰੂ ਅਜੇ ਮੇਰਾ ਕੋਈ ਵਾਸਤਾ ਨਹੀਂ ਹੈ। ਜਿਹੜੀ ਜ਼ਰੂਰਤ ਕਿਤੇ ਨਹੀਂ ਪੂਰੀ ਹੁੰਦੀ, ਮੈਂ ਤੇਰੇ ਦਰ ਤੇ ਆ ਜਾਂਦਾ, ਇੱਥੇ ਨੱਕ ਰਗੜਦਾ, ਇੱਥੇ ਅਰਦਾਸ ਕਰਦਾ, ਤੂੰ ਕਿਰਪਾ ਕਰ ਦਿੰਦਾ, ਮੈਂ ਖੁਸ਼ ਹੋ ਕੇ ਚਲਾ ਜਾਂਦਾ। ਮੇਰੇ ਵਰਗੇ ਬਹੁਤੇ ਤਾਂ ਐਸੇ ਨੇ ਜਿਹੜੇ ਅਰਦਾਸ ਕੀਤੇ, ਜਿਹੜੀ ਸੰਸਾਰੀ ਕਾਮਨਾ ਮੰਗੀ ਉਹ ਪੂਰੀ ਹੋ ਗਈ, ਮੁੜ ਕੇ ਨਹੀਂ ਆਉਂਦੇ। ਫਿਰ ਜਦੋਂ ਲੋੜ ਪੈਂਦੀ ਫਿਰ ਆ ਜਾਂਦੇ ਨੇ ਗੁਰੂ ਦੇ ਦਰ ਤੇ। ਤੇ ਇਸ ਦਾ ਅਰਥ ਇਹ ਹੈ ਕਿ ਪਦਾਰਥਾਂ ਦੇ ਨਾਲ ਪਿਆਰ ਹੈ। ਇਸ ਨੂੰ ਗੁਰਬਾਣੀ ਨੇ ਇੱਦਾਂ ਲਿਖਿਆ ਕਿ ਮਨੁੱਖ ਦੇ ਅੰਦਰ ਦੀ ਹਾਲਤ ਇਹ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀਂ ਮਰਨ ਵਿਚਾਰਾ। ਦਾਤ ਪਿਆਰੀ ਲੱਗਦੀ ਹੈ, ਦਾਤਾਰ ਤੇ ਭੁੱਲਿਆ ਹੋਇਆ ਇਸ ਨੂੰ। ਰੱਬ ਤਾਂ ਭੁੱਲਿਆ ਹੋਇਆ, ਦਾਤਾਂ ਲੈ ਕੇ ਬੜਾ ਖੁਸ਼ ਹੁੰਦਾ ਹੈ। ਪਰ ਜੋ ਦਾਤਾਰ ਨੂੰ ਪਿਆਰ ਨਹੀਂ ਕਰਦਾ, ਦਾਤ ਨੂੰ ਪਿਆਰ ਕਰਦਾ, ਕਿਉਂ? ਕਿਉਂਕਿ ਇਸ ਨੂੰ ਆਪਣੀ ਮੌਤ ਭੁੱਲੀ ਹੋਈ। ਇਸ ਕਰਕੇ ਦਾਤਾਂ ਦੇ ਨਾਲ ਹੀ ਸਾਡਾ ਪਿਆਰ ਹੈ, ਬੱਚਿਆਂ ਦੇ ਨਾਲ ਸਣੇ ਹੈ, ਧਨ ਦੇ ਨਾਲ ਸਣੇ ਹੈ, ਹੋਰ ਚੀਜ਼ਾਂ ਨਾਲ ਪਿਆਰ ਹੈ, ਪਰ ਗੁਰੂ ਦੇ ਨਾਲ ਪਿਆਰ ਨਹੀਂ ਹੈ। ਕਿਉਂਕਿ ਜਿਸ ਨਾਲ ਮੌਤ ਚੇਤੇ ਆਏਗੀ, ਜਿਸ ਨਾਲ ਇਹ ਗੱਲ ਸਮਝ ਆ ਗਈ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਜੇ, ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੈ ਕਿ ਨਾ ਆਵੇ ਰਾਮ। ਜਿਸ ਦਿਨ ਇਹ ਅੰਦਰ ਗੱਲ ਆ ਗਈ ਨਾ, ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ, ਯਾਦ ਰੱਖਣਾ ਉਸ ਦਿਨ ਨਾਲ ਪ੍ਰੇਮ ਪੈਦਾ ਹੋਏਗਾ ਵੀ ਦਾਤਾ ਕਿਤੇ ਤੇਰੇ ਪ੍ਰੇਮ ਤੋਂ ਵਾਂਝਾ ਹੀ ਸੰਸਾਰ ਤੋਂ ਨਾ ਤੁਰ ਜਾਵਾਂ, ਤੇਰੇ ਪ੍ਰੇਮ ਤੋਂ ਬਿਨਾਂ ਹੀ ਸੰਸਾਰ ਤੋਂ ਨਾ ਤੁਰ ਜਾਵਾਂ। ਅੰਦਰ ਪ੍ਰੇਮ ਦੀ ਉਪਜ ਹੋਏਗੀ, ਅੰਦਰ ਪ੍ਰੇਮ ਪੈਦਾ ਹੋਏਗਾ। ਵਾਹਿਗੁਰੂ ਜੀ ਦਾ ਗੁਰੂ ਨਾਨਕ ਪਾਤਸ਼ਾਹ ਆਖ ਰਹੇ ਨੇ। ਔਰ ਜਿਸ ਦਿਨ ਨਾਲ ਪ੍ਰੇਮ ਪੈਦਾ ਹੋ ਗਿਆ ਨਾ, ਔਰ ਵਾਹਿਗੁਰੂ ਦਾ ਪ੍ਰੇਮ ਚੰਗਾ ਲੱਗਿਆ, ਤੇ ਵਾਹਿਗੁਰੂ ਦੇ ਪ੍ਰੇਮ ਦੀ ਡੈਫੀਨੇਸ਼ਨ ਮੈਂ ਇਹ ਆਪ ਜੀ ਨਾਲ ਸਾਂਝੀ ਕੀਤੀ ਕਿ ਵਾਹਿਗੁਰੂ ਦਾ ਪ੍ਰੇਮ ਜੇ ਸਾਡੇ ਅੰਦਰ ਉਪਜ ਪਿਆ ਨਾ, ਤੇ ਫਿਰ ਗੁਰੂ ਸਾਹਿਬ ਦੀ ਬਾਣੀ ਚੰਗੀ ਲੱਗੇਗੀ, ਸਤਸੰਗਤ ਦੀਆਂ ਘੜੀਆਂ ਚੰਗੀਆਂ ਲੱਗਣਗੀਆਂ, ਗੁਰੂ ਦੇ ਦਰ ਤੇ ਬੈਠ ਕੇ ਸੇਵਾ ਕਰਨੀ ਪਿਆਰੀ ਲੱਗੇਗੀ, ਬੜਾ ਮਨ ਲੱਗੇਗਾ ਇਸ ਦੇ ਅੰਦਰ। ਨਹੀਂ ਤਾਂ ਕਈ ਵਾਰੀ ਤਾਂ ਅਸੀਂ ਸਮਾਂ ਪਾਸ ਕਰਕੇ ਚਲੇ ਜਾਂਦੇ ਹਾਂ, ਪਰ ਜਦੋਂ ਹਾਂ ਸੱਚੀ ਮੁੱਚੀ ਦਿਲੋਂ ਬੈਠ ਕੇ ਸਤਸੰਗਤ ਕਰੀਏ ਨਾ, ਫਿਰ ਲੱਗਦਾ ਕਿ ਹਾਂ ਸੱਚੇ ਪਾਤਸ਼ਾਹ ਅੱਜ ਤੁਸੀਂ ਕਿਰਪਾ ਕੀਤੀ, ਸਤਸੰਗ ਦੇ ਵਿੱਚ ਬੜਾ ਆਨੰਦ ਆਇਆ। ਫਿਰ ਅਗਲਾ ਕਰਮ ਕੀ ਹੋਏਗਾ? ਮਨ ਰਹਿਸੀ। ਜਿਸ ਦਿਨ ਪ੍ਰੇਮ ਪੈਦਾ ਹੋ ਗਿਆ ਨਾ ਵਾਹਿਗੁਰੂ ਦਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੇਰੇ ਮਨ ਵਿੱਚ ਹਰ ਵੇਲੇ ਖੇੜਾ ਬਣਿਆ ਰਹੇਗਾ। ਉਸ ਖੇੜੇ ਨੂੰ ਪੁੱਛੀਏ ਭਾਈ ਤਾਰੂ ਸਿੰਘ ਨੂੰ ਵੀ ਤੇਰੇ ਜੀਵਨ ਵਿੱਚ ਵੀ ਕਦੀ ਐਸਾ ਆਇਆ ਜਿਸ ਨਾਲ ਤੇਰੇ ਜ਼ਿੰਦਗੀ 'ਚ ਖੇੜਾ ਨਹੀਂ ਸੀ? ਭਾਈ ਤਾਰੂ ਸਿੰਘ ਆਖਣਗੇ ਮੇਰੀ ਜ਼ਿੰਦਗੀ ਹਰ ਪਲ ਖੇੜੇ 'ਚ ਬਤੀਤ ਹੋਈ। ਭਾਵੇਂ ਬਚਪਨ ਦੇ ਵਿੱਚ ਮੇਰਾ ਪਿਤਾ ਉਹ ਸ਼ਹੀਦ ਹੋ ਗਿਆ ਸੀ, ਮੇਰੀ ਮਾਂ ਨੇ ਪਾਲਿਆ ਮੈਨੂੰ, ਪਰ ਬਚਪਨ ਤੋਂ ਗੁਰਬਾਣੀ ਦਾ ਕੀਰਤਨ ਮੈਨੂੰ ਦਿੱਤਾ। ਗੁਰਬਾਣੀ ਦੀ ਇਹ ਜਿਹੜੀ ਘੁੱਟੀ ਸੀ ਮੈਨੂੰ ਉਹਨੇ ਕੀਰਤਨ ਦੇ ਰਾਹੀਂ ਮੈਂ ਅੰਦਰ ਫਿੱਟ ਕਰ ਦਿੱਤੀ। ਗੁਰੂ ਸਾਹਿਬ ਜੀ ਦੀ ਸਿਫਤ ਸਲਾਹ ਮੇਰੇ ਜੀਵਨ 'ਚ ਵਸਾ ਦਿੱਤੀ। ਇਸ ਬਾਣੀ ਦੇ ਨਾਲ ਭਾਈ ਤਾਰੂ ਸਿੰਘ ਕਿਰਤ ਵੀ ਕਰਦੇ ਨੇ, ਨਾਮ ਵੀ ਜਪਦੇ ਨੇ, ਵੰਡ ਕੇ ਵੀ ਛਕਦੇ ਨੇ, ਤੇ ਨਾਲ ਇੱਕ ਦਿਨ ਨਾ ਸਮਾਂ ਆ ਜਾਂਦਾ ਹੈ ਕਿ ਜਿਸ ਦਿਨ ਆਪ ਜੀ ਨੂੰ ਖੋਪੜ ਲਵਾਉਣ ਤੱਕ ਦੀ ਵਾਰੀ ਆ ਜਾਂਦੀ, ਤਾਂ ਵੀ ਉਹ ਖੇੜੇ ਵਿੱਚ ਨੇ, ਕਿਉਂਕਿ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ। ਪ੍ਰੇਮ ਤੋਂ ਬਿਨਾਂ ਇਤਨੀ ਵੱਡੀ ਕੁਰਬਾਨੀ ਕਿਵੇਂ ਹੋ ਸਕਦੀ ਹੈ? ਇਹ ਤਾਂ ਪ੍ਰੇਮ ਭਾਈ ਮਤੀ ਦਾਸ ਜੀ ਨੂੰ ਜਾ ਕੇ ਪੁੱਛੀਏ ਵੀ ਉਹ ਕੀ ਪ੍ਰੇਮ ਸੀ ਕਿ ਆਰਾ ਜਿਹੜਾ ਇਤਨਾ ਚੰਗਾ ਲੱਗਿਆ। ਗੁਰੂ ਨਾਲ ਕਿੰਨਾ ਕੁ ਪ੍ਰੇਮ ਹੋਏਗਾ ਤੇਰਾ? ਕਿਉਂਕਿ ਭਾਈ ਮਤੀ ਦਾਸ ਜੀ ਨੇ ਕਿਹਾ ਸੀ ਕਿ ਆਰਾ ਪਿਆਰਾ ਲੱਗਦਾ ਹੈ, ਕਾਰਾ ਕਰੋ ਬਣਾਏ। ਮੈਨੂੰ ਆਰਾ ਬੜਾ ਪਿਆਰਾ ਲੱਗਦਾ ਹੈ, ਹੁਣ ਤੁਸੀਂ ਕਾਰਾ ਜਿਹੜਾ ਕਰਨ ਵਾਸਤੇ ਆਰਾ ਫਿੱਟ ਕੀਤਾ ਨਾ, ਤੁਸੀਂ ਉਹ ਕਾਰਾ ਕਰ ਦਿਓ, ਮੈਨੂੰ ਕੋਈ ਪਰਵਾਹ ਨਹੀਂ। ਇਹਨੇ ਉਹ ਪ੍ਰੇਮੀ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪ੍ਰੇਮ ਪੈਦਾ ਹੋਇਆ, ਉਹ ਹਰ ਵੇਲੇ ਖੇੜੇ 'ਚ ਰਹਿੰਦੇ ਨੇ। ਤੇ ਸਾਡੀ ਹਾਲਤ, ਥੋੜਾ ਜਿਹਾ ਦੁੱਖ ਆ ਗਿਆ ਦੁਖੀ ਹੋ ਜਾਂਦੇ ਆ, ਸੁੱਖ ਆ ਗਿਆ ਸੁੱਖ ਨਾਲ ਪਿਆਰ ਕਰ ਲੈਂਦੇ ਆ, ਕੋਈ ਖੁਸ਼ੀ ਮਿਲ ਗਈ ਖੁਸ਼ੀ ਨਾਲ ਖੁਸ਼ ਹੋ ਜਾਂਦੇ ਆ, ਕੋਈ ਦੁੱਖ ਆ ਗਿਆ ਉਸ ਵੇਲੇ ਰੋਣਾ ਸ਼ੁਰੂ ਕਰ ਦਿੰਦੇ ਆ। ਸਾਡੀ ਤਾਂ ਹਾਲਤ ਗੁਰੂ ਸਾਹਿਬ ਕਹਿੰਦੇ ਨੇ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ,
देखे देखे सुने भोले दोहरियो फिरत है, जब कुछ पावत तब गर्व करत है, माया गई तब रोवन लगत। ये हालत है साडी। कुछ पा लेंदे हंकार करते हैं ते चला जाए तो रोना शुरू कर दें। पर जेडे प्रेमी ने वाहिगुरु जी दे, जेडे अकाल पुरख वाहिगुरु नूं प्यार करते हैं, वो खेड़े च रहिंदे ने। फिर सतगुर कहते अनदिन रहस पया आप गवाया। रहस का अर्थ है खिड़ाओ, खेड़ा। अनदिन का अर्थ है दिन रात खेड़ा बन गया। किवें? महाराज कहते जिस मनुख ने आपा भाव गवा लिया। आपा भाव का अर्थ है अपना हंकार, अपनी मैं, अपना वडप्पन। ये सारिया चीज़ां साडे अंदर घर कर गईयां ने। अज देखो घरां दे विच बहुते झगड़े जेडे ने ना, वो मैं ते आधारित खलोते ने। प्यो पुत्र का झगड़ा, सस नूह दे झगड़े। क्यों? नूह भी मैं करदी मैं बड़ी पढ़ी लिखी हाँ, सस कहनी मैनू ज्ञान बड़ा, तजर्बा बड़ा। दोनों आपसी तालमेल कोई नहीं बैठ रहा। पर सतगुर कहते जिस जीव आत्मा ने आप गवाया, आपा पाहो दूर कर लिया, अनदिन रहस पया, उसके हिरदे विच दिन रात हर रोज आनंद बनया रहिंदा है। दिन रात वो खेड़े विच रहिंदी है, रहस विच रहिंदी है। ये रहस किवें साडे जीवन च आ सकदा? तुसीं कई बारी मुख भाग सुनिया सतगुर जी का। महाराज कहते एक काम करया कर। महाराज दसो। सतगुर आखदे ने रसना गुण गोपाल निध गायन, शांत सहज रहसमन उपजो सगले दोह पलायन। तू रसना नाल परमात्मा की सिफत करनी शुरू कर। मैं एक बेनती करा, खेड़े का संबंध रसना नाल सिफत नाल है। वाहिगुरु की सिफत करके वेखिए, अंदर जरूर खेड़ा पैदा होएगा। और वो खेड़ा ऐसा होएगा जिहड़ा हर रोज बनेगा। अपनी सिफत सुनते हैं, कुछ समा खेड़ा रहिंदा है, बाद दे विच वो खेड़ा चला जाता है। पर जे रब की सिफत सुनीए ना, वाहिगुरु की सिफत करिए प्यारे, वो खेड़ा कदी नहीं मुकदा जीवन दे विच। इस करके गुरदेव पिता समझान लगे कि हे मेरे दाता की कृपा कर, मन मोह चुकाया जां तिस पाया, कर कृपा कर आओ। गुरदेव पिता आखन लगे, कहते जां तिस पाया, जदों तैनूं ये जीव भा गया, मन मोह चुकाया, मन दे विच माया दा मोह तू दूर कर दिता। चुकाया दा अर्थ है दूर कर देना। जदों ये हिरदा मेरे मालक नूं भाया, मेरे प्रभु परमात्मा नूं चंगा लग्या, ते सतगुर कहंदे ने इस हिरदे विचों मोह दूर कर दिता, माया दी ममता खत्म कर दिती। साडे अंदर माया है। गुरु अमरदास महाराज दे वचन ने, माया ममता मोहनी जिन बिन दंता जग खाया, मनमुख खादे गुरमुख उबरे जिन्हें सच नाम चित लाया। है अपनत माया दी, ये सह मेरी है, ये वस्तु मेरी है, परिवार मेरा है, ये मोह साडा दूर नहीं हो रहा। पर जदों उस मालक नूं प्रेम करांगे ना, उस अकाल पुरख वाहिगुरु जी नूं ये हिरदा भा जाएगा, मन दे विचों जिहड़ा माया दा मोह सतगुर दूर कर देणगे। ते महाराज कहणगे कर कृपा कर आओ, कृपा करके हे हरि परमात्मा मेरे हिरदे विच निवास करो। आओ दा अर्थ है मेरे अंदर आगमन करो, मेरे हिरदे विच निवास करो। तुसी कृपा करके मेरे हिरदे विच आके बिराजो। ये आपां हर रोज अरदास करनी है वाहिगुरु जी दे चरनां च। फिर सतगुर कहते ने बहुते वेस करी फिर बाजो, महली लाहा न थाऊं। कहते पति परमात्मा तो बिना जिहड़ी जीव इस्त्री बहुत सारे भेख करती है। वेस का अर्थ हुंदा है हार श्रृंगार करने। आओ कि पति तो बिना हार श्रृंगार करने, मेरे साहिब कहते ने अकाल पुरख वाहिगुरु तो बिना जेडे तू हार श्रृंगार करनी है, इसनूं समझांगे धार्मिक कर्म करने। आओ कि रब दी नाल कोई सांझ नहीं, रब नूं समझिया नहीं, वाहिगुरु नूं प्रेम नहीं कीता, ते धार्मिक बहुत सारे रस्मों रिवाज असीं करदे हैं। उसनूं कहते ने सतगुर वेस। इत्थे कई लोग ने जिहड़े हो सकता उन्हों का धर्म होवे, पर गुरमत कहती जे रब नूं प्राप्त करना है ना, तो इस तरह के वेस जिहड़े तू उपरों बनाउंदा है ना, उस परमात्मा की याद तो बिना ये सब व्यर्थ ने। पति परमात्मा तो बिना ये वेस जिहड़े ने वो किसी काम दे नहीं। इस करके गुरमत ने एक गल साडे सामने रखी, कहंदे ने वाहिगुरु तो बिना जिहड़े भी तू
ਧਾਰਮਿਕ ਚਿੰਨ੍ਹ ਜਾਂ ਧਾਰਮਿਕ ਭੇਖ ਧਾਰਨ ਕੀਤੇ ਨੇ ਨਾ, ਉਹਨਾਂ ਦਾ ਬਹੁਤਾ ਲਾਭ ਨਹੀਂ ਹੋਣਾ। ਅਸੀਂ ਕਈ ਵਾਰੀ ਸੋਚਦੇ ਹਾਂ ਸ਼ਾਇਦ ਇਹਨਾਂ ਦੇ ਨਾਲ ਕੋਈ ਗੱਲ ਬਣ ਜਾਏਗੀ। ਹਾਂ, ਲੋਕ ਪ੍ਰਭਾਵਿਤ ਹੋ ਸਕਦੇ ਨੇ, ਕੁਦਰਤੀ ਗੱਲ ਹੈ। ਕੋਈ ਬੰਦਾ ਤੀਰਥਾਂ ਤੇ ਜਾ ਰਿਹਾ ਤੇ ਲੋਕ ਪ੍ਰਭਾਵਿਤ ਹੋ ਜਾਣਗੇ। ਕਬੀਰ ਸਾਹਿਬ ਨੇ ਬੜਾ ਸਪਸ਼ਟ ਲਿਖਿਆ, ਉਹ ਆਖਦੇ ਨੇ ਆਪਣੀ ਬਾਣੀ ਵਿੱਚ ਕਿ ਮਨੁੱਖ ਤੀਰਥਾਂ ਤੇ ਜਾ ਰਿਹਾ ਪਰ ਹਿਰਦੇ ਵਿੱਚ ਮੈਲ ਹੈ। ਕਹਿਣ ਲੱਗੇ, ਅੰਤਰ ਮੈਲ ਜੇ ਤੀਰਥ ਨਾਹਮੈ ਤਿਸ ਬੈਕੁੰਠ ਨਾ ਜਾਣਾ। ਹਿਰਦੇ ਵਿੱਚ ਮੈਲ ਹੈ, ਤੀਰਥ ਤੇ ਇਸ਼ਨਾਨ ਕਰ ਰਿਹਾ ਹੈ ਪਰ ਤੂੰ ਵੈਕੁੰਠ ਨੂੰ ਤੇ ਜਾਣਿਆ ਹੀ ਨਹੀਂ। ਵੈਕੁੰਠ ਤਾਂ ਤੇਰੇ ਹਿਰਦੇ ਵਿੱਚ ਸੀ। ਜਦੋਂ ਵੀ ਵੈਕੁੰਠ ਦਾ ਇਸ਼ਨਾਨ ਹੋਏਗਾ, ਹਿਰਦੇ ਦੇ ਵਿੱਚ ਇਸ਼ਨਾਨ ਹੋਏਗਾ। ਇਸ ਨੂੰ ਮਾਰਨ ਕਿਹਾ, ਤੀਰਥ ਨਾਮ ਨ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੰਤਰ ਇਸ਼ਨਾਨ। ਪਰ ਅਸੀਂ ਕੀ ਕਰ ਰਹੇ? ਕਬੀਰ ਸਾਹਿਬ ਕਹਿੰਦੇ ਨੇ, ਅੰਤਰ ਮੈਲ ਜੇ ਤੀਰਥ ਨਾਮ ਹੈ ਤਿਸ ਵੈਕੁੰਠ ਨਾ ਜਾਣਾ। ਲੋਕਪਤੀ ਨੇ ਕਛੂ ਨਾ ਹੋਵੇ ਨਾਹੀ ਰਾਮ ਇਆਨਾ। ਲੋਕਪਤੀ ਜਾਂਦੇ ਨੇ, ਉਹ ਲੋਕਪਤੀ ਤੇ ਬੜੀ ਛੇਤੀ ਨੇ ਬਾਹਰ ਦੇ ਭਰਮਾਂ ਤੋਂ, ਭੇਖ ਤੋਂ ਬੜੇ ਪ੍ਰਭਾਵਿਤ ਨੇ ਲੋਕ। ਭੇਖ ਨੂੰ ਵੇਖ ਕੇ ਕਹਿਣ ਲੱਗਦੇ ਨੇ, ਸੰਤ ਜੀ, ਗੁਰਮੁਖ ਜੀ, ਰੱਬ ਦੇ ਪਿਆਰੇ। ਭੇਖ ਬੰਦੇ ਨੂੰ ਪ੍ਰਭਾਵਿਤ ਕਰਦਾ ਹੈ। ਪਰ ਗੁਰਮਤਿ ਕਹਿੰਦੀ ਹੈ, ਜਿਹੜਾ ਤੂੰ ਭੇਖ ਬਣਾਇਆ ਹੈ, ਇਹ ਭੇਖ ਜੇ ਕੇਵਲ ਭੇਖ ਹੈ ਤਾਂ ਇੱਕ ਗੱਲ ਯਾਦ ਰੱਖੀ, ਭੇਖੀ ਪ੍ਰਭੂ ਨਾ ਪਾਈਐ ਪ੍ਰਭ ਸੱਚੀ ਸਿੱਖੰ। ਭੇਖਾਂ ਦੇ ਨਾਲ ਵਾਹਿਗੁਰੂ ਜੀ ਨਹੀਂ ਮਿਲਦੇ, ਪਰਮਾਤਮਾ ਤਾਂ ਸੱਚੀ ਸਿੱਖਿਆ ਤੋਂ ਮਿਲਦਾ ਹੈ। ਇਹ ਤੂੰ ਸੋਚੇ ਵੀ ਭੇਖ ਧਾਰਨ ਕਰਨ ਦੇ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਕਹਿੰਦੇ ਨਹੀਂ, ਸੱਚੀ ਸਿੱਖਿਆ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣੇਗੀ ਤੇ ਮਹਿਲੀ ਲਾਹਾ ਨਾ ਥਾਉ। ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਤੈਨੂੰ ਥਾਂ ਪ੍ਰਾਪਤ ਨਹੀਂ ਹੋਣੀ। ਅਸੀਂ ਕੇਵਲ ਬਾਹਰ ਦੇ ਭੇਖ ਰਾਹੀਂ ਸਮਝਨੇ ਵੀ ਰੱਬ ਦੇ ਘਰ 'ਚ ਅਸੀਂ ਪ੍ਰਵਾਨ ਹੋ ਜਾਵਾਂਗੇ। ਗੁਸਤਾਖੀ ਮਾਫ਼ ਕਰਨਾ, ਐਸੀ ਗੱਲਬਾਤ ਨਹੀਂ ਜੇ ਹੈ। ਜੇ ਮੈਂ ਬਾਹਰੋਂ ਧਾਰਮਿਕ ਭੇਖ ਧਾਰਨ ਕਰ ਲਿਆ ਤੇ ਇਸ ਦੇ ਨਾਲ ਰੱਬ ਦੇ ਘਰ 'ਚ ਮੈਂ ਪ੍ਰਵਾਨ ਨਹੀਂ ਹੋਵਾਂਗਾ, ਉਹਦੇ ਮਹਿਲ 'ਚ ਥਾਂ ਨਹੀਂ ਮਿਲੇਗੀ। ਭਾਵੇਂ ਤੁਸੀਂ ਵੀ ਸੋਚੋ ਵੀ ਇਹ ਤੇ ਬੜੇ ਗੁਰਮੁਖ ਨੇ, ਬੜੇ ਧਰਮੀ ਨੇ, ਪਰ ਤੁਸੀਂ ਧਰਮ ਦੇਖ ਰਹੇ ਹੋ ਮੇਰੇ ਭੇਖ ਨੂੰ। ਭੇਖ ਦੇ ਨਾਲ ਥਾਂ ਨਹੀਂ ਮਿਲਣੀ ਉੱਥੇ। ਉੱਥੇ ਕਰਮਾਂ ਦੇ ਨਾਲ ਥਾਂ ਮਿਲੇਗੀ। ਉੱਥੇ ਸ਼ੁਭ ਕਰਮਾਂ ਦੇ ਨਾਲ ਮਿਲਾਪ ਹੋਏਗਾ। ਕੋਈ ਸੋਚੇ ਨਾ ਭੇਖ ਧਾਰਨ ਕਰਕੇ ਰੱਬ ਮਿਲ ਜਾਏ, ਤਾਂ ਭੇਖ ਤਾਂ ਜੋ ਉਸ ਵੇਲੇ ਜੋਗੀਆਂ ਨੇ ਵੀ ਧਾਰਨ ਕੀਤੇ ਸੀ, ਭੇਖ ਤਾਂ ਉਸ ਵੇਲੇ ਬ੍ਰਾਹਮਣ ਵੀ ਧਾਰਨ ਕਰੀ ਫਿਰਦੇ ਸੀ। ਕਾਜ਼ੀਆਂ ਕੋਲ ਵੀ ਭੇਖ ਸੀ। ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਕਿਹਾ, ਇੱਕੋ ਕਤਾਰ 'ਚ ਖੜੇ ਕਰ ਦਿੱਤੇ ਸਾਰੇ, ਵੀ ਇਸ ਤਰ੍ਹਾਂ ਰੱਬ ਥੋੜ੍ਹੀ ਮਿਲਣਾ। ਔਰ ਅੱਜ ਸਾਨੂੰ ਵੀ ਸਤਿਗੁਰ ਆਖ ਰਹੇ ਨੇ। ਇਸ ਕਰਕੇ ਪਿਆਰ ਵਾਲਿਓ, ਸਾਹਿਬ ਜੀ ਕਹਿੰਦੇ ਨੇ ਇੱਕ ਗੱਲ ਯਾਦ ਰੱਖੀ, ਬਹੁਤੇ ਵੇਸ ਕਰੀ ਪਰਵਾਜੋ ਮਹਿਲੀ ਲਾਹ ਨਾ ਥਾਂ। ਉਹਦੇ ਮਹਿਲ ਦੇ ਅੰਦਰ ਤੈਨੂੰ ਥਾਂ ਨਹੀਂ ਮਿਲਣੀ। ਔਰ ਪ੍ਰਭੂ ਦੇ ਘਰ ਵਿੱਚ, ਪ੍ਰਭੂ ਦੇ ਚਰਨਾਂ ਵਿੱਚ ਟਿਕਾਣਾ ਕੋਈ ਨਹੀਂ ਮਿਲਣਾ। ਫਿਰ ਮਾਰ ਕਹਿੰਦੇ, ਹਾਰ ਡੋਰ ਰਸ ਪਾਟ ਪਟੰਬਰ। ਹਾਰ ਸ਼ਿੰਗਾਰ, ਪਾਟ ਪਟੰਬਰ। ਪਟ ਕਹਿੰਦੇ ਕੱਪੜਿਆਂ ਨੂੰ, ਪਟੰਬਰ ਦਾ ਅਰਥ ਹੈ ਪਟ ਅੰਬਰ, ਰੇਸ਼ਮ ਦੇ ਕੱਪੜੇ। ਮਾਂ ਕਹਿੰਦੇ ਹਾਰ ਡੋਰ, ਸੰਸਾਰ ਦੇ ਰਸ, ਰੇਸ਼ਮ ਦੇ ਕੱਪੜੇ। ਫਿਰ ਲੋੜੀ ਸਿੰਗਾਰੀ, ਤੇ ਤੂੰ ਬਾਹਰ ਦੇ ਸਿੰਗਾਰ ਕਰਕੇ ਕਹਿੰਦੇ ਨੇ ਤੂੰ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ। ਵੀ ਫਿਰ ਦਾ ਅਰਥ ਹੈ ਪਰਮਾਤਮਾ ਨੇ। ਲੋੜੀ ਦਾ ਅਰਥ ਹੈ ਕਿ ਉਹ ਲੋੜ ਲਈ ਪਸੰਦ ਕਰ ਲਈ। ਸਿੰਗਾਰੀ ਦਾ ਅਰਥ ਹੈ ਸਿੰਗਾਰ ਦੇ ਰਾਹੀਂ। ਵੀ ਹੇ ਜੀਵ ਆਤਮੇ, ਤੂੰ ਸੋਚੇ ਵੀ ਸਿੰਗਾਰ ਦੇ ਨਾਲ ਵਾਹਿਗੁਰੂ ਤੈਨੂੰ ਪ੍ਰਵਾਨ ਕਰ ਲਾਏਗਾ। ਤੇਰਾ ਭੁਲੇਖਾ ਹੋਏਗਾ, ਉਹ ਬਾਹਰ ਦੇ ਭੇਖ ਤੋਂ ਨਹੀਂ ਦੀਦਾ, ਉਹ ਅੰਦਰ ਦੀ ਭਾਵਨਾ ਜਾਣਦਾ। ਸਾਡੀ ਇੱਕ ਵਾਰੀ ਉਚਾਰਨ ਕਰੋ, ਸਤਨਾਮ। ਬਾਹਰ ਸਾਡੇ ਕੀ ਹੈ, ਲੋਕ ਕਹਿ ਸਕਦੇ ਨੇ, ਪਰ ਉਹ ਤਾਂ ਸਾਡੇ ਅੰਦਰ ਦੀ ਜਾਣਦਾ। ਅਸੀਂ ਹਰ ਰੋਜ਼ ਪੜ੍ਹਦੇ ਹਾਂ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਅੰਦਰ ਦੀ ਜਾਣਦਾ ਵਾਹਿਗੁਰੂ। ਮੇਰੀ ਭਾਵਨਾ ਕੀ ਹੈ, ਕਿਸ ਭਾਵਨਾ ਲੈ ਕੇ ਮੈਂ ਗੁਰੂ ਦੇ ਦਰ ਤੇ ਆਇਆ, ਕਿਸ ਭਾਵਨਾ ਲੈ ਕੇ ਮੈਂ ਸੇਵਾ ਕਰ ਰਿਹਾ। ਮੇਰਾ ਮਾਲਕ ਤਾਂ ਮੇਰੀ ਭਾਵਨਾ ਨੂੰ ਦੇਖ ਰਿਹਾ। ਇਸ ਕਰਕੇ ਸੱਜਣ ਠੱਗ ਵੀ ਬੜਾ ਧਾਰਮਿਕ ਸੀ, ਪਰ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਭਾਈ, ਇਹ ਨਾਲ ਆਪਣੇ ਦਰ ਤੇ ਆਇਆਂ ਦੀ ਸੇਵਾ ਕਰਨਾ, ਨਾਲ ਚਲਾਕੀਆਂ ਬੜੀਆਂ ਤੇਰੇ ਜੀਵਨ ਦੇ ਅੰਦਰ। ਇਸ ਤਰ੍ਹਾਂ ਥੋੜ੍ਹੀ ਰੱਬ ਮਿਲਣਾ। ਤੈਨੂੰ ਭੁਲੇਖਾ ਹੋਏਗਾ, ਪਰ ਤੇਰੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਜਿਵੇਂ ਕਿ ਕਹੇ ਦੇ ਭਾਂਡੇ ਦੇ ਅੰਦਰ ਕੋਈ ਕਾਲਕ ਘੋੜ ਲਵੇ ਨਾ, ਬਾਹਰੋਂ ਲਿਸਕਾ ਲਵੇ। ਇਸ ਤਰ੍ਹਾਂ ਦਾ ਜੀਵਨ ਤੇਰਾ।
इस तरह रब की प्राप्ति नहीं होनी। और ये कर्म तेरे नाल उत्थे जदों जाणगे ना, ये कर्म तेरे सज्जन मित्र नहीं बन सकणगे, तेरा पक्ष नहीं पूरनगे। सगों ये कर्म तो गुरु ने भी कह देना है। मैं एक बेनती करा, गुरु ने हामी तां भरनी है जे गुरु के मुताबिक चलांगे, नहीं तो गुरु नानक पातशाह कहते हक पराया नानका उस सुअर उस गाय, गुर पीर हामा तां भरै जा मुरदार ना खाए। जे असी पराया हक नहीं खाते ना, गुर पीर तां हामी भरदा, नहीं तो गुरु ने भी हामी नहीं भरनी। गुरु हामी भरेगा, पर जदों असीं गुरु के मुताबिक चलांगे। तुसीं भी किसी की हामी भरदे हो ना, उसदी भरदे जिहड़ा तुहाडे मुताबिक है, जिहड़ा तुहाडे मुताबिक नहीं तुसीं कदी हामी नहीं भरदे। कदी नहीं खड़े होंगे तुसीं कचहरी विच जाके, तुसीं उस बंदे की हामी भरोगे जिहड़ा तुहाडे मुताबिक है, तुहानूं लगदा ठीक है। तो सदू कहते परमात्मा ने तो हो सकता तुसीं तां फिर जो परिवार का सज्जन होवे या कोई लालच दे दे भी तू एक बारी गवाही दे दे चल के, हो सकता मैं लालच में जाके गवाही दे देवां, पर वाहिगुरू के दरगाह तो पैसे भी नहीं चलते थे। उत्थे तो गवाह खरीदया नहीं जा सकता, जज खरीदया नहीं जा सकता, उत्थे कुछ भी खरीदया नहीं जा सकता। एक गल याद रखना, तो जे उत्थे कुछ खरीदया नहीं जा सकता, कुछ बेचा नहीं जा सकता, फिर इस गल नूं जरूर याद रखना, फिर उत्थे साडे कर्मां दा निवेड़ा होना है। गुरु नानक पातशाह जी ने आसा की वार की दूजी पौड़ी से गल स्पष्ट की, नानक जी उपाय कै लिख नामै धर्म बहालिया, उत्थे सच्चे ही सच निवड़ै चुन वख कड़े जज मालिया, थाओ ना पायन कूड़ियार मुँह कालै दोजक चालिया, तेरे नाए रते से जिन गए हार गए से ठगन वालिया, लिख नामै धर्म बहालिया। लिख नामै धर्म बहालिया की है? कई बार साडे मन च भी आउंदा भी कोई धर्म राजा बैठा होएगा, नहीं प्यारिओ, परमात्मा ने संसार बना के नाल ही अपना रब्बी कानून फिट कर दिता, उसनों ही धर्म बहालिया कहा जाता बाणी च। रब्बी कानून सारे काम कर रहा, नाल नाल तुरया आ रहा। जिमें कोई मशीन बनाता ना ऐटोमैटिक, उहदे नाल वो सिस्टम फिट कर दिंदा, उस तरह चलती रहती। इस तरह रब ने ऐटोमैटिक सिस्टम फिट किया होया है, ये धर्म बहालिया है। असीं कई बार भुलेखे खांदे ने, या कई वीर जिहड़े ने वो नक्शे चक्की फिरदे ने नरकां ते स्वर्गां दे, अपने आप का पता नहीं हुंदा भी मैं की हाँ, तो दुनिया भर के नक्शे चुके फिरनगे भी शायद हाँ ये चीज़ है, आके कहणगे जी उत्थे इदां हुंदा इदां हुंदा, अपने आप का पता नहीं, तेरे हिरदे च की हो रहा ये बंदे नूं पता नहीं। एक बंदा मैनू वो नक्शा लैके आ गया नरकां स्वर्गां वाला, कहंदे देखो गन जी इत्थे ये अग दे विच तपाया जांदा, इत्थे कीता जांदा। मैं तैनूं अपना पता है? तू कितने वारी तपदा सवेर तो शाम तक? ही अगों दंद कढ़ देने। यही सानू यही आदत है ना, जिहड़ी गल दा जवाब ना आए ना, असीं दंद कढ़ के पासे होण दा यतन करदे। मैनूं कहा प्यारिआ भी किते एक अपने बारे कदी विचार कीती है? नहीं जी मैं तो तां लैके आया सी तुहानूं दस्सिआ। मैं मैनूं की दस्सेगा, मैं तो रोज़ बाणी पढ़दा गुरु साहब जी, मैनूं बाणी ने दस दिता सारा कुछ। मैनूं इन्हां नक्शे ही दस्सणगे? मैनूं तो गुरु नानक नक्शा बना के दस गया गुरु ग्रंथ साहब दे विच, दस नहीं गया सानूं। रोज़ जपजी साहब च नक्शा तो बनया होया, आसा की बात की है, नक्शा तो बनया जीवन का। आपां पढ़ीए ना सतगुरु की बाणी, ये नक्शा ही है जीवन का साडे। सुखमनी साहब तुसीं भैणां रोज़ पढ़दियां, वीर भी पढ़ते हैं, सुखमनी साहब नक्शा ही जीवन का। लिखिया नहीं उहदे विच सारी गल्लां लिखियां सुखमनी साहब, हर एक बंदे नूं समझ भी गल आ जाती है, पर फिर भी असीं उस तरह नहीं करते। इस करके गुरु साहब गुरु नानक पातशाह कहन लगे, कहंदे ने केवल बाहर दे उन्हां सिंगारां हारां तो वाहिगुरू प्रसन्न नहीं हुंदा। वो तो तां समझी जे परमात्मा ने तैनूं पसंद कर लिया, फिर तेरे हार सिंगार परवान ने। एक बार उच्चारण करो सतनाम। ये धार्मिक रिवाज तां परवान है जे वाहिगुरू जी नूं असीं पसंद आ गए, और वाहिगुरू नूं पसंद उदों आवांगे जदों उहदे मुताबिक होवांगे। उसनूं मार कहंदे से भगत भले जन नानक जी, जो भावें बोलो जो भावें मेरे हर भगवंता। मेरे भगवंत नूं जिहड़े भाग वो भगत ने, मैं तो कही जाऊंगा भगत हाँ, मैं नहीं। यह है गुरमत की विचारधारा। फिर कहते हैं सतगुरु नानक मेल लई गुर अपने कर वर पाया नारी। हे नानक कहते उस अकाल पुरख वाहिगुरू जी ने अपने गुरु राही, परमात्मा दा ही ये दिता होया गुरु है, साडा कोई नहीं। मैं बेनती करा सानू जो गुरु दिता परमात्मा दा है। ये शब्द गुरु अकाल पुरख वाहिगुरू दे घरों आया,
ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਮੇਲ ਲਈ ਗੁਰ ਆਪਣੇ ਪਰਮਾਤਮਾ ਨੇ ਆਪਣੇ ਗੁਰੂ ਦੇ ਰਾਹੀਂ ਆਪਣੇ ਨਾਲ ਜਿਸ ਜੀਵ ਆਤਮਾ ਨੂੰ ਮਿਲਾ ਲਿਆ, ਮਿਲਾਣਾ ਗੁਰੂ ਨੇ। ਗੁਰੂ ਤੋਂ ਬਿਨਾਂ ਸਾਡਾ ਕਿਸੇ ਦਾ ਮਿਲਾਪ ਨਹੀਂ ਜੇ ਹੋਣਾ। ਇਸ ਕਰਕੇ ਸਤਿਗੁਰੂ ਨੇ ਕਿਹਾ ਵੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਸਤਿਗੁਰ ਵਿਚੋਲਾ ਨੇ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਤੋਂ ਬਿਨਾਂ ਖੇਡ ਬੰਨੀ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਿਹਾ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ। ਤੇ ਗੁਰੂ ਕਿਹਨੇ ਦਿੱਤਾ? ਅਕਾਲ ਪੁਰਖ ਵਾਹਿਗੁਰੂ ਨੇ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿੱਚ ਲਾ ਲਓ। ਮੈਂ ਪਹਿਲਾਂ ਹੀ ਬਚਨ ਕੀਤੇ। ਇਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ। ਸ਼ਬਦ ਗੁਰੂ ਸੁਰਤ ਤੋਂ ਚੇਲਾ। ਸ਼ਬਦ ਗੁਰੂ ਹੈ ਸਾਡਾ। ਤੇ ਗੁਰੂ ਆਇਆ ਕਿੱਥੋਂ ਹੈ? ਅਕਾਲ ਪੁਰਖ ਵਾਹਿਗੁਰੂ ਦੇ ਵਿੱਚੋਂ। ਇਹ ਬਾਣੀ ਆਈ ਕਿੱਥੋਂ ਹੈ? ਰੱਬ ਦੇ ਘਰੋਂ ਆਈ ਹੈ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਕਹਿੰਦੇ ਉਸ ਜੀਵ ਇਸਤਰੀ ਨੂੰ ਘਰ ਵੀ ਮਿਲ ਗਿਆ ਤੇ ਵਰ ਵੀ ਮਿਲ ਗਿਆ। ਖਿਆਲ ਕਰਨਾ, ਅਕਾਲ ਪੁਰਖ ਵਾਹਿਗੁਰੂ ਮਿਲ ਗਿਆ ਨਾ ਤੇ ਉਹਦਾ ਘਰ ਵੀ ਪ੍ਰਾਪਤ ਹੋ ਜਾਏਗਾ। ਜਦੋਂ ਬੱਚੀ ਦਾ ਵਿਆਹ ਹੋ ਜਾਂਦਾ, ਜਿਸ ਘਰ 'ਚ ਵਿਆਹ ਹੁੰਦਾ ਉਹਨੂੰ ਪਤੀ ਨਹੀਂ ਮਿਲਦਾ, ਉਹਦਾ ਘਰ ਵੀ ਮਿਲ ਜਾਂਦਾ। ਉਹਨੂੰ ਇੱਕ ਵਾਰੀ ਉਚਾਰਨ ਕਰੋ ਸਤਿਨਾਮ, ਉਹ ਘਰ ਵਾਲੀ ਬਣ ਜਾਂਦੀ, ਉਹ ਮਾਲਕਨ ਬਣ ਜਾਂਦੀ ਹੈ। ਇਹ ਸੱਚ ਹੈ ਕਿ ਜਿਸ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣ ਗਈ ਨਾ, ਜੇ ਉਹ ਖਸਮ ਪ੍ਰਤੀ ਪਰਮਾਤਮਾ ਮਿਲ ਗਿਆ ਤੇ ਨਾਲ ਉਹ ਮਿਲੇਗਾ, ਨਾਲ ਉਸਦਾ ਘਰ ਵੀ ਮਿਲੇਗਾ। ਹੁਣ ਉਸਦਾ ਘਰ ਕਿੱਥੇ ਹੈ? ਤੁਸੀਂ ਰੋਜ਼ ਤਾਂ ਪੜ੍ਹਦੇ ਹੋ। ਮਾਰ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸੱਚੇ ਦਾ ਘਰ ਹੀ ਹੈ। ਸਾਨੂੰ ਮਿਲ ਗਿਆ ਇਹ ਘਰ। ਇਸ ਘਰ 'ਚ ਜਿਹੜੇ ਜੀ ਰਹਿੰਦੇ ਸਾਨੂੰ ਚੰਗੇ ਲੱਗਦੇ? ਨਹੀਂ ਲੱਗਦੇ ਨਾ। ਇੱਕ ਦੂਜੇ ਨਾਲ ਨਫ਼ਰਤ ਹੈ, ਬੈਰ ਵਿਰੋਧ ਹੈ। ਅਸੀਂ ਕਿਵੇਂ ਕਹਾਂਗੇ ਵੀ ਇਹ ਘਰ ਸਾਨੂੰ ਚੰਗਾ ਲੱਗਦਾ ਹੈ? ਘਰ ਪਰਮਾਤਮਾ ਦਾ। ਇੱਕ ਉਹ ਵੀ ਨੇ ਜਿਹੜੇ ਆਪਣੇ ਜੀਵਨ ਨੂੰ ਗੁਰੂ ਲੇਖੇ ਲਾ ਕੇ ਜਿਹੜੇ ਕਹਿ ਗਏ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆ। ਇਸ ਘਰ ਦੇ ਸਾਰੇ ਜੀਵਨ ਨਾਲ ਹੀ ਬਣ ਗਈ। ਇੱਕ ਉਹ ਵੀ ਨੇ। ਇੱਕ ਜੋ ਘਰ ਦੇ ਵਿੱਚ ਦੋ ਜੀ ਨੇ, ਉਹਨਾਂ ਵਿੱਚ ਆਪਸ 'ਚ ਨਹੀਂ ਬਣ ਰਹੀ। ਪਤੀ ਪਤਨੀ ਵਿੱਚ, ਸੱਸ ਸਹੁਰੇ ਵਿੱਚ, ਬੱਚਿਆਂ ਵਿੱਚ ਨਹੀਂ ਬਣ ਰਹੀ ਨਾ, ਕਿਉਂਕਿ ਅਸੀਂ ਇਸ ਸਾਰੇ ਬ੍ਰਹਿਮੰਡ ਨੂੰ ਉਸ ਪਰਮਾਤਮਾ ਦਾ ਘਰ ਨਹੀਂ ਸਮਝਿਆ। ਮੇਰੇ ਕੋਲ ਇਤਨਾ ਸਮਾਂ ਨਹੀਂ। ਇੱਕ ਗਾਥਾ ਬੜੀ ਪਿਆਰੀ ਸਤਿਗੁਰੂ ਜੀ ਦੇ ਜੀਵਨ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਅੱਗੇ ਵੀ ਕਈ ਵਾਰੀ ਆਪ ਜੀ ਨੂੰ ਸਰਵਣ ਕਰਾਈ। ਸਤਿਗੁਰੂ ਜੀ ਕੋਲ ਸਿੱਖ ਆਉਂਦਾ ਕਿ ਮਹਾਰਾਜ ਲੰਗਰ ਛਕੋ। ਸਤਿਗੁਰੂ ਨੇ ਇੱਕ ਗੱਲ ਆਖੀ। ਜਦੋਂ ਰਸਤੇ ਵਿੱਚ ਆਏ ਤੇ ਮਾਂ ਬੈਠੀ ਸੀ, ਕਹਿੰਦੇ ਵੀ ਸਤਿਗੁਰੂ ਇਸ ਰਸਤੇ ਨੂੰ ਨਾ ਚਲੋ। ਸਤਿਗੁਰੂ ਉਸੇ ਰਸਤੇ ਨੂੰ ਗਏ। ਉਸ ਮਾਤਾ ਦੇ ਹੱਥੋਂ ਪਾਣੀ ਪੀਤਾ, ਘਰ ਆ ਗਏ। ਚੁਬਾਰੇ ਨੂੰ 2 ਪੌੜੀਆਂ ਲੱਗੀਆਂ। ਸਿੱਖ ਕਹਿੰਦਾ ਨਾ, ਇਹਨਾਂ ਨੂੰ ਨਾ ਚੜ੍ਹੋ ਮਹਾਰਾਜ। ਉਹ ਸਤਿਗੁਰੂ ਉਹਨਾਂ ਨੂੰ ਚੜ੍ਹ ਕੇ ਉੱਤੇ ਜਾਂਦੇ ਨੇ। ਉੱਪਰ ਇੱਕ ਬੱਚਾ ਖੇਡਦਾ ਸੀ, ਗੋਦ 'ਚ ਆ ਕੇ ਬਹਿ ਜਾਂਦਾ ਹੈ। ਉਹ ਸਿੱਖ ਉਠਾਲ ਕੇ ਉਸ ਬੱਚੇ ਨੂੰ ਪਾਸੇ ਕਰ ਦਿੰਦਾ ਹੈ। ਸਤਿਗੁਰੂ ਨੂੰ ਉਹ ਕਹਿੰਦਾ ਵੀ ਲੰਗਰ ਛਕ ਲਓ। ਪਿਆਰ ਵਾਲਿਓ, ਗੁਰੂ ਸਾਹਿਬ ਕਹਿੰਦੇ ਨੇ ਲੰਗਰ ਵੀ ਤਿਆਰ, ਛਕਣ ਵਾਲੇ ਵੀ ਤਿਆਰ, ਪਰ ਕੋਈ ਛਕਾਉਣ ਵਾਲਾ ਨਹੀਂ। ਕਹਿੰਦਾ ਮੈਂ ਛਕਾਉਣ ਵਾਲਾ ਹੀ ਹਾਂ, ਮੈਂ ਤਿਆਰ ਹਾਂ। ਹੱਥ ਸੁੱਚੇ ਕਰੋ ਤੇ ਪ੍ਰਸਾਦਾ ਛਕੋ। ਗੁਰੂ ਸਾਹਿਬ ਕਹਿੰਦੇ ਇੱਕ ਗੱਲ ਦੱਸ, ਤੂੰ ਕਹਿੰਦਾ ਲੰਗਰ ਤਿਆਰ, ਅਸੀਂ ਤਾਂ ਤਿਆਰ ਹਾਂ, ਲੰਗਰ ਛਕਣ ਹੀ ਆਏ ਹਾਂ, ਪਰ ਛਕਾਉਣ ਵਾਲਾ ਕੋਈ ਨਹੀਂ। ਕਹਿੰਦੇ ਮਹਾਰਾਜ ਕਹਿੰਦੇ ਮੈਂ ਆ। ਸਿੱਖ ਕਹਿੰਦਾ, ਕਹਿੰਦੇ ਗੱਲ ਦੱਸ ਮੈਨੂੰ ਵੀ ਜਿਸ ਰਸਤੇ ਨੂੰ ਅਸੀਂ ਆ ਰਹੇ ਸਾਂ ਤੂੰ ਰੋਕਿਆ ਕਿਉਂ? ਕਹਿੰਦੇ ਉੱਥੇ ਮੇਰੀ ਮਾਂ ਰਹਿੰਦੀ ਹੈ। ਤੇ ਫਿਰ ਕੀ ਹੋਇਆ? ਕਹਿੰਦੇ ਮਾਂ ਨਾਲ ਮੇਰੀ ਬਣਦੀ ਨਹੀਂ ਹੈ, ਇਸ ਕਰਕੇ ਮੈਂ ਰੋਕਦਾ ਸੀ। ਕਹਿੰਦੇ ਜਿਨ੍ਹਾਂ ਪੌੜੀਆਂ ਨੂੰ ਅਸੀਂ ਚੁਬਾਰੇ ਤੇ ਚੜੇ, ਕਹਿੰਦੇ ਮੇਰੇ ਭਰਾ ਦੀਆਂ ਪੌੜੀਆਂ ਨੇ, ਮੇਰੇ ਭਰਾ ਨਾਲ ਮੇਰੀ ਬਣਦੀ ਨਹੀਂ ਹੈ। ਕਹਿੰਦੇ ਜਿਹੜਾ ਬੱਚਾ ਗੋਦ 'ਚ ਆ ਕੇ ਬੈਠਿਆ ਸੀ ਉਹਨੂੰ ਉਠਾਇਆ ਕਿਉਂ? ਕਹਿੰਦੇ ਉਹ ਸਾਡੇ ਗੁਆਂਢੀਆਂ ਦਾ, ਉਹਨਾਂ ਨਾਲ ਮੇਰੀ ਬਣਦੀ ਕੋਈ ਨਹੀਂ। ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜਿਸ ਦੀ ਜਨਮ ਦੇਣ ਵਾਲੀ ਮਾਂ ਨਾਲ ਨਾ ਬਣੀ, ਆਪਣੇ ਭਰਾ ਨਾਲ ਨਾ ਬਣੀ, ਗੁਆਂਢੀਆਂ ਨਾਲ ਨਾ ਬਣੀ, ਮੇਰੇ ਨਾਲ ਕੀ ਬਣੇਗੀ? ਉਚਾਰਨ ਕਰੋ ਸਤਨਾਮ। ਮੇਰੇ ਵਾਸਤੇ ਤਾਂ ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਣ। ਮੈਂ ਤੇ ਸਾਰਿਆਂ ਨੂੰ ਇੱਕੋ ਹੀ ਗਲਵੱਕੜੀ ਵਿੱਚ ਲੈਣ ਵਾਲਾ। ਇੱਥੇ ਤਾਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਬਣਾਣੀ ਹੈ। ਅਸੀਂ ਸਾਰਿਆਂ ਨਾਲ ਪਿਆਰ ਪਾਣਾ। ਜੇ ਵਾਹਿਗੁਰੂ ਜੀ ਨੂੰ ਪ੍ਰਸੰਨ ਕਰਨਾ, ਉਹਦੇ ਘਰ 'ਚ ਰਹਿਣਾ, ਤੇ ਘਰ 'ਚ ਰਹਿਣ ਦਾ ਚੱਜ ਵੀ ਆਉਣਾ ਚਾਹੀਦਾ ਸਾਨੂੰ। ਫਿਰ ਗੁਰੂ ਨਾਨਕ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ, ਕਹਿਣ ਲੱਗੇ ਬੇਦਸ ਮਹਾਂ ਰੁੱਤੀ ਥਿੱਤੀ ਵਾਰ ਭਲੇ, ਘੜੀ ਮਹੂਰਤ ਪਲ ਸਾਚੇ ਆਏ ਸਹਿਜ ਮਿਲੇ। ਸਤਿਗੁਰ ਆਖਣ ਲੱਗੇ ਜਿਸ ਜੀਵ ਇਸਤਰੀ ਦੇ ਹਿਰਦਾ ਅਡੋਲ ਹੋ ਜਾਂਦਾ ਹੈ ਨਾ, ਸਦਾ ਸਿਰ ਪਰਮਾਤਮਾ ਜੀ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਯਕੀਨ ਜਾਣਿਓ, ਇਹ ਗੱਲ ਪੱਕੀ ਕਰ ਲਿਓ ਕਿ ਉਸਦੇ ਵਾਸਤੇ 12 ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ, ਸਾਰੀਆਂ ਘੜੀਆਂ, ਸਾਰੇ ਮੁਹੂਰਤ, ਸਾਰੇ ਪਲ ਸੁਲੱਖਣੇ ਜਾਪਦੇ ਨੇ ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆ ਕੇ ਵਸ ਗਿਆ।
ਅਸੀਂ ਤਾਂ ਕਹਿੰਦੇ ਘੜੀ ਚੰਗੀ ਨਹੀਂ, ਅਸੀਂ ਕਹਿੰਦੇ ਮੂਰਤ ਕਢਾ ਲਈਏ ਕੰਮ ਕਰਨਾ ਕੋਈ। ਕਿਉਂ? ਕਿਉਂਕਿ ਹਿਰਦੇ ਵਿੱਚ ਉਸ ਦੀ ਯਾਦ ਨਹੀਂ ਨਾ ਵਾਹਿਗੁਰੂ ਜੀ ਦੀ। ਇਸ ਕਰਕੇ ਲੋਕਾਂ ਕੋਲੋਂ ਅਸੀਂ ਭੱਜੇ ਫਿਰਦੇ ਹਾਂ। ਪੱਤਰੀ ਬਾਚੋ ਜੀ ਇੱਥੇ ਵੀ ਆ ਕੇ ਕਈ ਕਹਿਣਗੇ ਜੀ ਦੱਸੋ ਫਲਾਣਾ ਦਿਨ ਕੋਈ ਕਿਹੜਾ ਦਿਨ ਕੱਢ ਕੇ ਦਿਓ, ਬੱਚਿਆਂ ਦਾ ਵਿਆਹ ਕਰਨਾ, ਕਿਹੜਾ ਚੰਗਾ ਦਿਨ, ਅਖੰਡ ਪਾਠ ਰਖਾਈਏ, ਕਿਹੜਾ ਦਿਨ ਚੰਗਾ। ਉਹ ਇੱਕ ਭਲਿਓ ਗੁਰੂ ਦੀ ਬਾਣੀ ਪੜ੍ਹਨੀ, ਇਹ ਵੀ ਪੁੱਛਣ ਦੀ ਗੱਲਾਂ ਨੇ ਵੀ ਕਿਹੜਾ ਦਿਨ ਚੰਗਾ। ਗੁਰੂ ਸਾਹਿਬ ਨੇ ਕਿਹਾ ਸਾਰੇ ਦਿਨ ਚੰਗੇ ਨੇ। ਸਾਈ ਘੜੀ ਸੁਲੱਖਣੀ ਜਿਤ ਪ੍ਰਭ ਆਵੇ ਚਿੱਤ। ਜਦੋਂ ਰੱਬ ਚੇਤੇ ਤੇ ਸਾਰੀਆਂ ਘੜੀਆਂ ਸੁਲੱਖਣੀਆਂ, ਜੇ ਰੱਬ ਹੀ ਚੇਤੇ ਨਹੀਂ ਤੇ ਕੋਈ ਘੜੀ ਸੁਲੱਖਣੀ ਨਹੀਂ। ਰੱਬ ਨੂੰ ਚੇਤੇ ਕਰਨਾ ਆਪਾਂ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣਾਉਣੀ ਗੁਰੂ ਨਾਨਕ ਪਾਤਸ਼ਾਹ ਨੇ। ਜਿੰਨਾ ਸਾਂਝ ਬਣ ਗਈ ਨਾ, ਉਸ ਦਿਨ ਹਰ ਇੱਕ ਦਿਨ ਤੇਰੇ ਵਾਸਤੇ ਚੰਗਾ ਹੈ। ਹਰ ਘੜੀ, ਹਰ ਮਹੀਨਾ, ਹਰ ਵਾਰ, ਹਰ ਵੇਲਾ, ਹਰ ਸਵਾਸ ਪਵਿੱਤਰ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਜੇ ਵਾਹਿਗੁਰੂ ਜੀ ਦੀ ਯਾਦ ਹੈ। ਬੇਦਸ, ਬੇਦਸ, ਬੇ ਮਾਨੇ 2, 10 ਦਾ ਅਰਥ ਹੈ 10, 10 2 12, 12 ਮਹੀਨੇ। ਬੇਦਸ ਮਾਹਾਂ ਦਾ ਅਰਥ ਹੈ ਮਹੀਨੇ, ਰੁੱਤ, ਰੁੱਤੀ, ਥਿੱਤੀ, ਵਾਰ, ਦਿਨ। ਭਲੇ ਦਾ ਅਰਥ ਹੈ ਚੰਗੇ। ਘੜੀ ਮਹੂਰਤ ਪਲ ਸਾਚੇ। ਘੜੀ ਮਹੂਰਤ ਸਾਰੇ ਪਲ ਸੱਚੇ ਨੇ, ਸੁਲਖਣੇ ਨੇ। ਆਏ ਸਹਿਜ ਮਿਲੇ ਜੇ ਅਕਾਲ ਪੁਰਖ ਵਾਹਿਗੁਰੂ ਹਿਰਦੇ ਵਿੱਚ ਪ੍ਰਗਟ ਹੋ ਗਿਆ। ਪ੍ਰਭ ਮਿਲੇ ਪਿਆਰੇ ਕਾਰਜ ਸਾਰੇ। ਸਤਿਗੁਰੂ ਕਹਿੰਦੇ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਮਿਲ ਜਾਂਦਾ ਨਾ, ਫਿਰ ਸਾਰੇ ਕਾਰਜ ਜਿਹੜੇ ਨੇ ਉਹ ਸਫਲੇ ਹੋ ਜਾਂਦੇ ਨੇ। ਕਰਤਾ ਸਭ ਵਿਦ ਜਾਣੈ, ਕਿਉਂਕਿ ਕਰਤਾ ਹਰ ਇੱਕ ਗੱਲ ਨੂੰ ਜਾਣਦਾ ਹੈ। ਕਰਤਾ ਇਹਨੂੰ ਸਾਰੀਆਂ ਚੀਜ਼ਾਂ ਪਤਾ ਨੇ, ਹਰ ਇੱਕ ਢੰਗ ਮੇਰਾ ਮਾਲਕ ਜਾਣਦਾ ਹੈ। ਇੱਕ ਕੰਮ ਕਰੋ ਜੀਵਨ ਦੇ ਅੰਦਰ, ਆਨੰਦ ਸਾਹਿਬ ਦੀ 2 ਪੌੜੀ ਪੜ੍ਹ ਕੇ ਉਸ ਦੇ ਨਾਲ ਆਪਣਾ ਪਿਆਰ ਬਣਾਇਆ ਕਰੋ। ਰੋਜ਼ ਆਪਣੇ ਮਨ ਦੇ ਨਾਲ ਗੱਲਾਂ ਕਰਿਆ ਕਰੋ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਇਹ ਹਰ ਰੋਜ਼ ਕਿਹਾ ਕਰੋ, ਹਰ ਨਾਲ ਰਹੋ। ਜ਼ੋਰ ਦੇ ਕੇ ਕਹਿਣਾ, ਮਨਾ ਹਰੀ ਦੇ ਨਾਲ ਰਹਿ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ। ਅਸੀਂ ਕਹਿੰਦੇ ਸਾਡੇ ਕਾਰਜ ਨੇ ਸਬਰ ਦੇ। ਸਤਿਗੁਰ ਤੇ ਗਾਰੰਟੀ ਲੈਂਦੇ ਨੇ ਇੱਥੇ। ਕਦੀ ਇੱਦਾਂ ਕਿਹਾ ਆਪਾਂ ਸਤਿਗੁਰ ਨੂੰ? ਕਦੀ ਮਨ ਨਾਲ ਇੱਦਾਂ ਕੌਨਫੀਡੈਂਸ ਵਿੱਚ ਲੈ ਕੇ ਗੱਲ ਕੀਤੀ ਆਪਣੇ ਮਨ ਨਾਲ? ਨਹੀਂ ਕੀਤੀ ਨਾ। ਅਸੀਂ ਬਾਣੀ ਪੜ੍ਹ ਰਹੇ ਹਾਂ ਕੇਵਲ, ਪਰ ਮਾਫ ਕਰਨਾ ਅਸੀਂ ਬਾਣੀ ਨੂੰ ਉਸ ਤਰੀਕੇ ਨਾਲ ਪੜ੍ਹੀ ਜਿਹਦੇ ਨਾਲ ਸਾਡੀ ਸੁਰਤ ਬਾਣੀ ਦੇ ਨੇੜੇ ਹੋਵੇ, ਸਾਡਾ ਯਕੀਨ ਵਜੇ ਗੁਰੂ ਦੇ ਨਾਲ। ਸਗੋਂ ਆਪਣੇ ਕਾਰਜ ਨਾਲੋਂ ਗੁਰੂ ਦੇ ਨਾਲ ਜੁੜਨੇ ਦਾ ਕਾਰਜ ਵੱਡਾ ਹੈ। ਗੁਰੂ ਸਾਹਿਬ ਨੇ ਕਿਹਾ ਸਭੇ ਥੋਕ ਪ੍ਰਾਪਤੇ ਜੇ ਆਵੇਂ ਇੱਕ ਹੱਥ। ਜੇ ਰੱਬ ਦੀ ਯਾਦ ਤੇਰੇ ਹਿਰਦੇ ਵਿੱਚ ਹੈ, ਵਾਹਿਗੁਰੂ ਤੇਰੇ ਹੱਥ ਵਿੱਚ ਆ ਗਿਆ, ਤੇ ਸਾਰੇ ਕਾਰਜ ਆਪੇ ਸਫਲੇ ਹੋ ਜਾਣੇ। ਯਤਨ ਕਰਕੇ ਉਹ ਹਿਰਦੇ ਵਿੱਚ ਵਸੇ, ਕਿਤੇ ਉਹ ਹਿਰਦੇ ਵਿੱਚ ਵਸੇ, ਉਹਦੀ ਯਾਦ ਹਿਰਦੇ ਚ ਵਸੇ। ਫਿਰ ਸਤਿਗੁਰ ਕਹਿੰਦੇ ਨੇ, ਕਹਿੰਦੇ ਜਿਨ ਸਿੰਗਾਰੀ ਤਿਸੈ ਪਿਆਰੀ ਮੇਲ ਭਇਆ ਰੰਗ ਮਾਣੈ। ਜਿਸ ਪਰਮਾਤਮਾ ਨੇ ਜੀਵ ਇਸਤਰੀ ਨੂੰ ਸਿੰਗਾਰਿਆ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਉਸਦਾ ਮੇਲ ਹੋ ਗਿਆ, ਤੇ ਉਸਨੇ ਉਸਨੂੰ ਸਿੰਗਾਰ ਵੀ ਦਿੱਤਾ। ਤੇ ਘਰ ਸੇਜ ਸੁਭਾਵੀ, ਉਹਦੀ ਘਰ ਹਿਰਦੇ ਰੂਪੀ ਸੇਜਾ ਚੰਗੀ ਬਣ ਗਈ। ਜਾਂ ਪਰ ਰਾਵੀ, ਜਦੋਂ ਜੀਵ ਇਸਤਰੀ ਪਤੀ ਪਰਮਾਤਮਾ ਨੂੰ ਪਿਆਰੀ ਲੱਗੀ। ਗੁਰਮੁਖ ਮਸਤਕ ਭਾਗੋ, ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਉਹਦੇ ਮੱਥੇ ਦੇ ਜਿਹੜੇ ਭਾਗ ਨੇ ਉਗੜ ਪਏ ਨੇ। ਗੁਰੂ ਦੇ ਸਨਮੁਖ ਹੋਵਾਂਗੇ ਨਾ, ਮੈਂ ਕਹਿੰਦਾ ਇੱਥੇ ਮੱਥਾ ਟੇਕ ਕੇ ਵੇਖੋ, ਇਹ ਲਕੀਰਾਂ ਜੇ ਪੁੱਠੀਆਂ ਵੀ ਨੇ ਗੁਰੂ ਸ਼ੁੱਧੀ ਕਰ ਦੇਗਾ। ਉਚਾਰਨ ਕਰੋ ਸਤਨਾਮ। ਕੋਈ ਹੋਰ ਜੋਸ਼ੀ ਕੋਲ ਜਾਓਗੇ, ਉਹਨੇ ਕੁਛ ਨਹੀਂ ਕਰਨਾ। ਉਹਨਾਂ ਨੂੰ ਤੁਹਾਨੂੰ ਭੁਲੇਖੇ 'ਚ ਪਾ ਸਕਦਾ ਜੋਸ਼ੀ ਕੋਈ, ਪਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੋ। ਇੱਥੇ ਨੱਕ ਰਗੜੋ, ਆਪਣਾ ਯਾਦ ਰੱਖਣਾ। ਇਹ ਜੇ ਰੇਖਾਵਾਂ ਕਹੇਗਾ ਨਾ ਕੋਈ ਵੀ ਤੇਰੀ ਰੇਖਾਵਾਂ ਵਿੱਚ ਨਹੀਂ, ਤੇਰੇ ਭਾਗਾਂ 'ਚ ਨਹੀਂ, ਗੁਰੂ ਸਾਹਿਬ ਦੇ ਘਰ ਦੇ ਵਿੱਚ ਤਾਂ ਭਾਗ ਲਿਖੇ ਜਾਂਦੇ ਆ। ਇੱਕ ਮਾਈ ਨੇ ਕਿਹਾ ਸੀ ਹਰਗੋਬਿੰਦ ਪਾਤਸ਼ਾਹ ਜੀ ਨੂੰ, ਸੱਚੇ ਪਾਤਸ਼ਾਹ ਵੀ ਮੇਰੇ ਘਰ 'ਚ ਕੋਈ ਸੰਤਾਨ ਨਹੀਂ, ਮੇਰੇ ਉੱਤੇ ਕਿਰਪਾ ਕਰੋ। ਗੁਰੂ ਸਾਹਿਬ ਨੇ ਹੱਸ ਕੇ ਗੱਲ ਕਹੀ, ਮਾਈ ਵੀ ਤੇਰੇ ਤਾਂ ਭਾਗਾਂ 'ਚ ਹੀ ਨਹੀਂ ਲਿਖੀ। ਤੇ ਪਤਾ ਉਹ ਮਾਈ ਕਹਿੰਦੀ ਹੈ ਵੀ ਸੱਚੇ ਪਾਤਸ਼ਾਹ ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ ਵੀ ਤੁਸੀਂ ਸਤਿਗੁਰ ਮੇਰੇ ਭਾਗ ਲਿਖ ਦਿਓ। ਇਤਿਹਾਸਕਾਰ ਲਿਖਦੇ ਨੇ ਕਿ ਸਤਿਗੁਰ ਜੀ ਉਹਦੇ ਭਾਗਾਂ 'ਚ ਇੱਕ ਪੁੱਤਰ ਪਾਉਣ ਲੱਗੇ, ਸੱਤਾ ਪੈ ਗਿਆ, 7 ਪੁੱਤਰ ਦਿੱਤੇ ਅਕਾਲ ਪੁਰਖ ਵਾਹਿਗੁਰੂ ਨੇ। ਉਚਾਰਨ ਕਰੋ ਸਤਨਾਮ। ਪਰ ਉਹਦਾ ਸਿਦਕ ਪੱਕਾ ਸੀ, ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਜੀ, ਹੇ ਸਤਿਗੁਰੂ ਉੱਥੇ ਵੀ ਤੁਸੀਂ ਲਿਖਣੇ ਸਨ ਭਾਗ, ਇੱਥੇ ਵੀ ਤੁਸੀਂ ਲਿਖਣੇ ਸੀ, ਤੁਸੀਂ ਕਿਰਪਾ ਕਰੋ ਹੁਣ ਲਿਖ ਦਿਓ। ਜੇ ਉਸ ਵੇਲੇ ਨਹੀਂ ਲਿਖੇ ਤਾਂ ਪਿਆਰ ਹੋਣਾ ਚਾਹੀਦਾ ਗੁਰੂ ਨਾਲ। ਐਡਾ ਪਿਆਰ ਸੀ ਉਸ ਬੀਬੀ ਦਾ, ਮਾਤਾ ਦਾ। ਕਹਿੰਦੇ ਸਤਿਗੁਰੂ ਤੁਸੀਂ ਕਿਰਪਾ ਕਰੋ। ਔਰ ਐਸੇ ਇਤਿਹਾਸ ਦੇ ਸਾਡੇ ਕੋਲ ਦ੍ਰਿਸ਼ਟਾਂਤ ਨੇ ਪਿਆਰ ਵਾਲਿਓ, ਕਿ ਜਿੱਥੇ ਸਤਿਗੁਰ ਦੇ ਚਰਨਾਂ ਵਿੱਚ ਜਾ ਕੇ ਜਿਨ੍ਹਾਂ ਨੇ ਅਰਜ਼ੋਈਆਂ ਕੀਤੀਆਂ, ਸਤਿਗੁਰ ਨੇ ਕਿਰਪਾ ਕਰ ਦਿੱਤੀ।
एक माई हरगोबिंद पातशाह कोल आई तो सतगुरु जी बड़े प्रसन्न सन। उस दिन कह लगे माई कुछ मंग लै। तो पता की कहती, सतगुरु मैनू मंगना नहीं आता। अखां है नहीं सन उस माई दे। ते जो सतगुरु बड़े प्रसन्न होए नूं देख के भी ये सूरमा है, अखां नहीं इसदे कोल। ते महाराज कहते भी कोई मंग लै। भी जब गुरु दर ते आई गई हैं, कोई लैके आया होएगा माई नूं। ते सतगुरु कहते मंग लै। ते माई कहती कि महाराज मैनू मंगना नहीं आता। सतगुरु कहते नहीं, अज गुरु नानक तुठिया, मंग लै जो तेरी मंग है। माई फिर कहती महाराज मैनू मंगना नहीं आता। सतगुरु फिर कहते हैं कोई नहीं मंग लै। तीजी बारी फिर कहते हैं, फिर कह लगी महाराज जे तुसीं तुठे ही हो एक काम करो। कहने हाँ दस। कहते मैं इन्हां अखां दे नाल अपने पोतरे नूं सोने की मधानी विच दुध डड़कियां वेखां। सतगुरु हस के कहने तू कहनी मैनू मंगना नहीं आता, तू छड्डिया की? एक बार उच्चारण करो सतनाम। भी तेरे कोल अखा नहीं, तेरे घर च पुत्र नहीं। पुत्र होएगा तां पोतरा आना, तां ही आना ना। तेरे घर गरीबी है, तन होएगा तां सोने की मधानी आनी है। तेरे घर विच दुध नहीं, दुध होएगा तां दुध डड़किया जाएगा। तू छड्डिया की है दस मैनू? तू कहनी मैनू मंगना ही कोई नहीं आता। सतगुरु कहने तू तो जान दे सारे सुख मंग ले। उच्चारण करो सतनाम। ਜਿਹੜੀ ਕਹਿੰਦੀ ਸੀ ਮੈਨੂੰ ਮੰਗਣਾ नहीं आता, सतगुरु कहते तेरे वर्गी मंगण की जाच किसी विरले विरले ਨੂੰ ਹੁੰਦੀ है, ਸਾਰਿਆਂ ਨੂੰ ਇਹ ਜਾਚ नहीं आती। उसने ਇੱਕੋ ਹੀ ਤੁਕ ਦੇ ਵਿੱਚ ਕਿਹਾ ਮਹਾਰਾਜ ਨੂੰ ਵੀ ਮੈਂ ਇਹਨਾਂ ਅੱਖਾਂ ਦੇ ਨਾਲ ਆਪਣੇ ਪੋਤੇ ਨੂੰ, ਪੋਤੇ ਦੀ ਨੂੰਹ ਨੂੰ ਸੋਨੇ ਦੀ ਮਧਾਨੀ ਵਿੱਚ ਦੁੱਧ ਰੜਕਿਆ ਵੇਖਾਂ। ਇਤਨੀ ਗੱਲ ਆਖੀ ਸਤਿਗੁਰ ਟੁੱਟ ਪਏ। ਕਹਿੰਦੇ ਜਾ ਗੁਰੂ ਨਾਨਕ ਕਿਰਪਾ ਕਰੇਗਾ। ਇਹ ਤਾਂ ਉਹ ਘਰ ਹੈ। ਮਹਾਰਾਜ ਕਹਿੰਦੇ ਗੁਰਮੁਖ ਮਸਤਕ ਭਾਗੋ। ਗੁਰੂ ਦੇ ਸਨਮੁਖ ਹੋ ਕੇ ਨਾ ਜੀਵ ਇਸਤਰੀ ਦੇ ਮੱਥੇ ਦੇ ਭਾਗ ਉਗੜ ਪੈਂਦੇ ਨੇ। ਫਿਰ ਮਹਾਰਾਜ ਕਹਿੰਦੇ ਨੇ ਨਾਨਕ ਅਹਨਿਸ ਰਾਵੈ ਪ੍ਰੀਤਮ ਹਰ ਵਰ ਥਿਰ ਸੁਹਾਗੋ। ਮਹਾਰਾਜ ਕਹਿੰਦੇ ਨੇ ਜਦੋਂ ਪ੍ਰਭੂ ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ, ਉਸਦੀ ਹਿਰਦਾ ਸੇਜ ਸੋਹਣੀ ਬਣ ਗਈ। ਉਹ ਸੁਭਾਗ ਜੀਵ ਇਸਤਰੀ ਜਿਹੜੀ ਹੈ ਪ੍ਰੀਤਮ ਪ੍ਰਭੂ ਦੇ ਨਾਲ ਦਿਨ ਰਾਤ ਮਿਲੀ ਰਹਿੰਦੀ ਹੈ। ਪ੍ਰਭੂ ਪਤੀ ਉਸਦਾ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਸਦੀ ਸਾਂਝ ਬਣ ਜਾਂਦੀ ਹੈ। ਤੇ ਜਿਹਦੀ ਸਾਂਝ ਬਣ ਜਾਂਦੀ ਹੈ ਉਸਦੇ ਤੇ ਸਾਰੇ ਦਿਨ, ਸਾਰੇ ਮਹੀਨੇ, ਸਾਰੀਆਂ ਘੜੀਆਂ ਸੁਲੱਖਣੀਆਂ ਨੇ। ਉਹ ਭੁਲੇਖੇ 'ਚ ਨਹੀਂ ਰਹਿੰਦੀ ਵੀ ਸੰਗਰਾਂਦ ਆਏਗੀ ਤਾਂ ਮੈਂ ਗੁਰਦੁਆਰੇ ਜਾਣਾ। ਉਹ ਤੇ ਰੋਜ਼ ਗੁਰੂ ਦਰ ਤੇ ਟਹਿ ਕੇ ਅਰਦਾਸਾਂ ਕਰਦੀ ਹੈ। ਆਪਾਂ ਰੋਜ਼ ਗੁਰੂ ਦਰ ਤੇ ਆਈਏ, ਮਾਲਕ ਦੇ ਚਰਨਾਂ 'ਚ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਵੀ ਤੂੰ ਆਪ ਕਿਰਪਾ ਕਰ। ਜੇ ਸਾਡੇ ਭਾਗ ਚੰਗੇ ਨਹੀਂ ਨਾ, ਉੱਥੇ ਵੀ ਤੂੰ ਹੀ ਲਿਖਣਾ ਸੀ, ਇੱਥੇ ਵੀ ਤੂੰ ਆਪ ਹੀ ਕਿਰਪਾ ਕਰ ਦੇ। ਸਾਡੇ ਕਾਰਜ ਰਾਸ ਕਰਨ ਵਾਲਾ ਤੂੰ ਆਪ ਹੀ ਹੈ। ਔਰ ਜਿਹੜੇ ਸੱਚੇ ਦਿਲੋਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਸੱਚ ਜਾਣਨਾ ਸਤਿਗੁਰੂ ਕਹਿੰਦੇ ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ये गल याद रखना, जो बात दबा से बन ना सके वो बात दुआ से होती है। जब मुरसद कामल मिलता है तो बात खुदा से होती है। जो पूरा गुरु मिल जाता ना, फिर अकाल पुरख वाहिगुरु दे नाल गल तां बनती है। तो सानू तो पूरा गुरु मिलिया होया, बस सानू जतन करिए गुरु उपदेश दे राही अपने जीवन नू संगारन दा, सवारन दा। सो इतनियां बेनतियां दास ने जो आप जी नाल सांझियां कीतियां, गुरु ने जो विचारां तुहाडे नाल सांझियां कराइयां, हिरदे च बसा लेना। मैनू असीसां देना कि गुरु का ये ज्ञान मैं अपने हिरदे च बसा सकां, तुहाडे हिरदे च भी वसे, ताकि साडा सबना दा जीवन सफला हो सके। अज फग्गन महीने दी ये संगरांद है। सारियां संगतां दा फग्गन दा महीना गुरु गुरु करदियां, संगत करदियां सुख सुखा नाल बतीत होवे। आप संगतां अत दा प्यार करदे हो। बेअंत माया कथा सत्कार बेटावां लैके संगतां हाज़र होईयां हन। गुरु महाराज कृपा करन, सारियां संगतां दे खजाने भंडारे भरपूर करन, काल कंटक दूर चढ़दियां कला बख्शण। आओ आनंद साहब दा पाठ सरबत दे भले लई अरदास करिए जी। वाहिगुरू जी का खालसा, वाहिगुरू जी की फतेह।